ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਨਾਲ ਹੀ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ 2022 ਸਾਲ ਦੀ ਦਸੰਬਰ ਦੀ 19 ਤਰੀਕ ਹੈ ਤੇ ਦਿਨ ਸੋਮਵਾਰ ਹੈ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਵਰਡ ਕੈਲੀਫੋਰਨੀਆ ਤੇ ਵਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੇਲਾ ਦੀ ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਾਵਰਕਰ ਦੀ ਫੋਟੋ ਤੋਂ। ਸਾਵਰਕਰ ਦੀ ਫੋਟੋ ਲੱਗੀ ਵਿਧਾਨ ਸਭਾ ਦੇ ਵਿੱਚ। ਵੈਸੇ ਤਾਂ ਆਪਾਂ ਸਾਰੇ ਡਿਸਕਸ ਕਰਦੇ ਹੀ ਰਹਿੰਦੇ, ਤੁਸੀਂ ਸਾਨੂੰ ਦੱਸਦੇ ਰਹਿੰਦੇ ਕਿ ਕਿਵੇਂ ਇੱਕ ਖਾਸ ਏਜੰਡੇ, ਨੀਤੀ, ਪਾਲਿਸੀ ਦੇ ਤਹਿਤ ਸਾਵਰਕਰ ਨੂੰ ਇੱਕ ਹੀਰੋ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਪਰ ਹੁਣ ਜਦੋਂ ਦੀ ਫੋਟੋ ਲੱਗੀ ਹੈ, ਸਿਆਸੀ ਤਰਥੱਲੀ ਮਚ ਗਈ ਹੈ। ਮਿੰਟੂ ਜੀ, ਬਿਲਕੁਲ। ਇਹ ਕਰਨਾਟਕ ਵਿਧਾਨ ਸਭਾ ਦੇ ਵਿੱਚ ਸਾਵਰਕਰ ਦੀ ਤਸਵੀਰ ਇਹਨਾਂ ਨੇ ਲਾ ਦਿੱਤੀ ਆ ਜੀ। ਤਾਂ ਜਦੋਂ ਇੱਕ ਸਦਨ ਦੇ ਵਿੱਚ ਤਸਵੀਰ ਲੱਗ ਜਾਂਦੀ ਹੈ ਤੇ ਇਹਦਾ ਮਤਲਬ ਇਹ ਆ ਕਿ ਫਿਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਰੂਲ ਕਰਦੀ ਆ ਤਾਂ ਉੱਥੇ ਤੇ ਫਿਰ ਬਹੁਤ ਆਸਾਨੀ ਦੇ ਨਾਲ ਉਹਨਾਂ ਵਿਧਾਨ ਸਭਾਵਾਂ ਦੇ ਵਿੱਚ ਇਹ ਤਸਵੀਰ ਲੱਗ ਜਾਏਗੀ। ਤਾਂ ਇਹਦਾ ਵਿਰੋਧ ਕੀਤਾ ਗਿਆ, ਕਾਂਗਰਸ ਵੱਲੋਂ ਵਾਕਆਊਟ ਵੀ ਕੀਤਾ ਗਿਆ ਅੱਜ। ਹਾਲਾਂਕਿ ਸਿੱਧਾ ਰਵੱਈਆ ਹੋਰ ਹੀ ਗੱਲ ਗੋਲਮੋਲ ਜੀ ਕਰਦੇ ਨਜ਼ਰ ਆਏ ਨੇ, ਪਰ ਉਹਨਾਂ ਨੇ ਕਿਹਾ ਕਿ ਦੇਖੋ ਇਸ ਮਾਮਲੇ ਦੇ ਵਿੱਚ ਅਸੀਂ ਵਿਧਾਨ ਸਭਾ ਪ੍ਰਧਾਨ ਨੂੰ ਚਿੱਠੀ ਵੀ ਲਿਖੀ ਆ, ਮਤਲਬ ਕਿ ਵਿਧਾਨ ਸਭਾ ਦੇ ਜਿਹੜੇ ਸਪੀਕਰ ਆ, ਕਿ ਚਿੱਠੀ ਦੇ ਵਿੱਚ ਮੰਗ ਕੀਤੀ ਗਈ ਹੈ ਸਦਨ ਦੇ ਵਿੱਚ ਵਾਲਮੀਕ ਜੀ, ਵਾਸਵੰਨਾ, ਕਨਕਦਾਸ, BR ਅੰਬੇਦਕਰ, ਸਰਦਾਰ ਵੱਲਭ ਭਾਈ ਪਟੇਲ ਦੀ ਵੀ ਤਸਵੀਰ ਲਾਈ ਜਾਵੇ। ਮਤਲਬ ਉਹ ਕਹਿੰਦੇ ਆ ਕਿ ਇਹ ਇੱਕ ਤਰਫਾ ਫੈਸਲਾ ਹੈ, ਸਾਰਿਆਂ ਦੀ ਰਾਏ ਦੇ ਨਾਲ ਸਾਰਿਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਲੱਗਣੀਆਂ ਚਾਹੀਦੀਆਂ ਨੇ। ਤਾਂ ਖੈਰ ਇਹਦੇ ਤੇ ਭਾਜਪਾ ਵਾਲਿਆਂ ਨੇ ਵੀ ਬੜਾ ਵੱਡਾ ਪਲਟਵਾਰ ਕੀਤਾ ਹੈ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਵਿਚਾਰਕ ਮਤਭੇਦ ਹੋਣਾ ਇੱਕ ਅਲੱਗ ਗੱਲ ਆ, ਹੋਣੇ ਚਾਹੀਦੇ ਆ, ਲੇਕਿਨ ਸਾਵਰਕਰ ਇੱਕ ਸੁਤੰਤਰਤਾ ਸੈਨਾਨੀ ਸੀਗਾ। ਉਹ ਇਹਨੂੰ ਮਤਲਬ ਫਰੀडम फाइटर ਕਹਿ ਰਹੇ ਆ। ਤਾਂ ਕਹਿੰਦੇ ਕਿ ਜੇਕਰ ਉਹਦੀ ਤਸਵੀਰ ਨਹੀਂ ਲਾਈ ਜਾਏਗੀ, ਉਹਨਾਂ ਦੀ ਤਸਵੀਰ ਨਹੀਂ ਲਾਈ ਜਾਏਗੀ ਤਾਂ ਫਿਰ ਇੱਥੇ ਦਾਊਦ ਇਬਰਾਹਿਮ ਦੀ ਤਸਵੀਰ ਲਾ ਦਈਏ। ਤੁਹਾਨੂੰ ਪਤਾ ਗੱਲ ਬੜੀ ਇਹ ਵੀ ਕਸੂਤੀ ਕੱਢਦੇ ਆ। ਤਾਂ ਖੈਰ ਦੇਖੋ, ਇਹ ਅੱਗੇ ਵੀ ਗੱਲ ਹੋਈ ਆ, ਕਈ ਵਾਰ ਹੋਈ ਆ। ਸਾਰਾ ਕੁਝ ਜਿਹੜਾ ਹੈ ਨਾ ਉਹ ਇਹਨਾਂ ਚੀਜ਼ਾਂ ਦਾ ਮਤਲਬ ਕਿ ਰਿਕਾਰਡ ਤੇ ਪਿਆ ਸਾਰਾ ਕੁਝ ਆ। ਹੁਣ ਦੇਖੋ, ਠੀਕ ਹੈ ਕਿ ਫਰੀडम फाइटर ਸੀ ਜੀ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ 1910 ਤੋਂ ਬਾਅਦ ਸਾਵਰਕਰ ਦਾ ਰੋਲ ਟੋਟਲੀ ਚੇਂਜ ਹੋ ਜਾਂਦਾ ਹੈ। ਔਰ ਮੈਂ ਤੇ ਇਹ ਮੰਨਦਾ ਕਿ ਬਹੁਤ ਚਲਾਕੀ ਦੇ ਨਾਲ ਵੰਡ ਦਾ ਜਿਹੜਾ ਦੋਸ਼ ਆ ਉਹ ਕੁਝ ਹੋਰ ਨੇਤਾਵਾਂ ਤੇ ਪਾਇਆ ਜਾਂਦਾ, ਪਰ ਅਸਲੀਅਤ ਕੀ ਆ? ਅਸਲੀਅਤ ਇਹ ਹੈ ਕਿ ਜਿੰਨੇ ਲੀਗੀਏ ਜ਼ਿੰਮੇਵਾਰ ਸਨ ਤਾਂ ਉਹਨੇ ਬਰੋਬਰ ਸੰਗੀ ਵੀ ਚੱਲੇ ਆ। ਔਰ ਇਹ ਹੱਥ ਬੋਲਦੇ ਨੇ ਕਿਤਾਬਾਂ ਜਦੋਂ ਖੋਲੀਏ। ਤਾਂ ਖੈਰ ਇਹ ਚੀਜ਼ਾਂ ਤਾਂ ਹੁਣ ਪਾਸੇ ਹੀ ਛੁੱਟ ਗਈਆਂ, ਕਿਉਂਕਿ ਤਥਾਤਮਕ ਬਹਿਸ ਨਹੀਂ ਚੱਲਦੀ ਉਹਦੇ। ਹੁਣ ਚੱਲਦੇ ਆ ਨੈਰੇਟਿਵ। ਤਾਂ ਨੈਰੇਟਿਵ ਪਿਛਲੇ ਕੁਝ ਸਮੇਂ ਤੋਂ ਬਣਾਏ ਜਾ ਰਹੇ ਸਨ, ਘੜੇ ਜਾ ਰਹੇ ਸਨ, ਤਾਂ ਅਖੀਰ ਉਹ ਫਿਰ ਉਹਨਾਂ ਨੇ ਮਤਲਬ ਕਿ ਕਰ ਦਿੱਤਾ। ਤਾਂ ਸਾਵਰਕਰ ਦੀ ਤਸਵੀਰ ਤਾਂ ਹੋਰ ਦੇਖੋ ਫਿਰ ਆਉਣ ਵਾਲੇ ਸਮੇਂ ਦੇ ਦਰਮਿਆਨ ਕਿੱਥੇ ਕਿੱਥੇ ਲੱਗਦੀ ਹੈ। ਤਾਂ ਸਾਵਰਕਰ ਨੂੰ ਉਹ ਜਦੋਂ ਫਰੀडम फाइटर ਪ੍ਰਚਾਰ ਰਹੇ ਨੇ ਤੇ ਤਸਵੀਰ ਜਿਹੜੀ ਹੈ ਉਹ ਲੱਗ ਚੁੱਕੀ ਹੈ ਵਿਧਾਨ ਸਭਾ ਚ। ਤੇ ਕਾਂਗਰਸ ਦਾ ਪ੍ਰੋਟੈਸਟ ਵੀ ਬੜਾ ਅਜੀਬੋ-ਗਰੀਬ ਜਿਹਾ। ਤਾਂ ਕਰਨਾਟਕ ਦੇ ਵਿੱਚ ਵੇਖੋ, ਬੇਸਿਕਲੀ ਜਿਹੜੀ ਗੱਲ ਹੈ ਉਹ ਇਹ ਆ ਕਿ ਇਲੈਕਸ਼ਨ ਆ ਰਿਹਾ ਕਰਨਾਟਕ ਦੇ ਵਿੱਚ, ਤੇ ਕਰਨਾਟਕ ਦੇ ਵਿੱਚ
ਸਮੀਕਰਨ ਜਿਹੜਾ ਉਹ ਸੈੱਟ ਬਹਿ ਜਾਵੇ, ਇਸੇ ਕਰਕੇ ਹੀ ਯਤਨ ਹੋ ਰਹੇ ਨੇ। ਇਸ ਤਰ੍ਹਾਂ ਦੇ ਮੁੱਦੇ ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਹਿਜਾਬ ਦਾ ਮੁੱਦਾ ਸੀ, ਜਿਹੜਾ ਉਹ ਹਿਜਾਬ ਦਾ ਮੁੱਦਾ ਵੀ ਇੰਨਾ ਵੱਡਾ ਮੁੱਦਾ ਇਸੇ ਕਰਕੇ ਬਣਿਆ ਕਿਉਂਕਿ ਰਾਜਨੀਤਿਕ ਨਫੇ ਨੁਕਸਾਨ ਉਸ ਚੀਜ਼ ਦੇ ਨਾਲ ਜੁੜਦੇ ਸੀ ਕਿਤੇ ਨਾ ਕਿਤੇ। ਸੋ ਇਸ ਕਰਕੇ ਵਿਧਾਨ ਸਭਾ ਦੇ ਵਿੱਚ ਜੋ ਸਾਵਰਕਰ ਦੀ ਤਸਵੀਰ ਲਗਾਈ ਗਈ ਆ, ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਜੋ ਕਰਨਾਟਕ ਦਾ ਅਗਲਾ ਇਲੈਕਸ਼ਨ ਆ ਉਹਦੀ ਸੋਚ ਜ਼ਰੂਰ ਰਹੀ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਰੁਖ ਕਰੀਏ ਜ਼ੀਰੇ ਦਾ। ਕੱਲ ਨੂੰ ਜ਼ੀਰੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਣੀ ਹੈ ਜੀ। ਬਿਲਕੁਲ ਜੀ, ਇਹ 32 ਜਥੇਬੰਦੀਆਂ ਦੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਜੀ। ਅਸੀਂ ਅੱਜ ਦੁਪਹਿਰੇ ਗੱਲਾਂ ਕਰ ਰਹੇ ਸਾਂ ਤੇ ਅਸੀਂ ਇੱਕ ਸਵਾਲ ਛੱਡਿਆ ਕਿ ਕੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਕਿਸਾਨ ਅੰਦੋਲਨ ਖੜਾ ਹੋ ਗਿਆ ਸੀਗਾ, ਕਿ ਪੰਜਾਬ ਸਰਕਾਰ ਨੇ ਆਪਣੇ ਖਿਲਾਫ ਆਪਣੇ ਆਪ ਹੀ ਇੱਕ ਅੰਦੋਲਨ ਖੜਾ ਕਰ ਲਿਆ। ਉਹਦਾ ਇੱਕ ਕਾਰਨ ਇਹ ਹੈ ਕਿ ਇੱਕ ਤੇ 5 ਮਹੀਨੇ ਸੁੱਤੇ ਰਹੇ ਜੀ, ਫਿਰ ਜਿਵੇਂ ਆਂਦੇ ਹੁੰਦੇ ਨਾ ਕਿ ਪਿੰਡ ਦੇ ਕੋਲ ਆ ਕੇ ਪੌਲੇ ਹੱਥ 'ਚ ਫੜ ਕੇ ਭੱਜਣ ਲੱਗ ਪੈਣਾ। ਫਿਰ ਮੀਟਿੰਗ ਬੁਲਾ ਲਈ ਉਹਨਾਂ ਦੇ ਨਾਲ, ਮੀਟਿੰਗ ਬੁਲਾ ਕੇ ਉਸ ਤੋਂ ਬਾਅਦ ਮੰਤਰੀ ਘੱਲ ਦਿੱਤਾ। ਮੰਤਰੀ ਉੱਥੇ ਜਾ ਕੇ ਉਹਨਾਂ ਨੂੰ ਨਹੀਂ ਮਨਾ ਸਕਿਆ, ਉਹਨਾਂ ਨੇ ਕਿਹਾ ਕਿ ਅਸੀਂ ਤੇ ਨਹੀਂ ਉੱਠਣਾ ਇੱਥੋਂ। ਇਹ ਕਹਿੰਦੇ ਸਨ ਕਿ ਤੁਸੀਂ ਉੱਠ ਜਾਓ ਰਜ਼ਾਮੰਦਗੀ ਦੇ ਨਾਲ, 1 ਮਹੀਨੇ ਦਾ ਵਕਫਾ ਦੇ ਦਿਓ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਸਾਰਾ ਕੰਮ ਟਿੱਚ ਕਰ ਦਿਆਂਗੇ। ਉਹਨਾਂ ਨੇ ਕਿਹਾ ਕਿ ਅਸੀਂ ਤੇ ਬੈਠੇ ਹੀ ਆ 5 ਮਹੀਨੇ ਦੇ, 1 ਮਹੀਨਾ ਹੋਰ ਸਹੀ, ਇੱਕ ਦੁੱਖ ਹੋਰ ਸਹੀ। ਉਹ ਕਹਿੰਦੇ ਕਿ 1 ਮਹੀਨਾ ਹੋਰ ਸਹੀ। ਤਾਂ ਇੱਥੋਂ ਗੱਲਬਾਤ ਟੁੱਟ ਗਈ। ਪਰ ਇਹਨਾਂ ਨੇ ਕੀ ਕੀਤਾ ਕਿ ਅਗਲੇ ਦਿਨ, ਹਾਲਾਂਕਿ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਰਹੇ ਕਿ ਪਰਚੇ ਰੱਦ ਕਰਾਂਗੇ, ਨਾਲੇ ਪਰਚੇ ਦਰਜ ਕਰ ਦਿੱਤੇ ਉਹਨਾਂ ਨੇ, ਨਾਲੇ ਬੰਦੇ ਉਹਨਾਂ ਦੇ ਫੜ ਲਏ, ਨਾਲੇ ਧੂਆ ਘੜੀਸ ਕੀਤੀ, ਨਾਲੇ ਇੱਕ ਥਾਂ ਤੇ ਜਿੱਥੇ ਉਹਨਾਂ ਦਾ ਚੱਲਦਾ ਸੀਗਾ ਸੰਘਰਸ਼, ਇੱਕ ਤਾਂ ਹੈ ਨਾ ਮੇਨ ਜਿੱਥੇ ਪੱਕਾ ਮੋਰਚਾ ਲੱਗਾ, ਦੂਸਰਾ ਜਿਹੜਾ ਮੇਨ ਰੋਡ ਵਾਲੀ ਸਾਈਡ, ਤਾਂ ਉੱਥੋਂ ਉਹਨਾਂ ਦਾ ਉਹ ਪੜਾਅ ਵੀ ਪੁੱਟ ਦਿੱਤਾ। ਇਸ ਕਰਕੇ ਫੇਰ ਹੋਇਆ ਕਿ ਜਿਵੇਂ ਹੀ ਇਸ ਗੱਲ ਦੀ ਫੋਟੋ ਵੀਡੀਓ ਜਾਂ ਸੂਚਨਾ ਲੋਕਾਂ ਤੱਕ ਪਹੁੰਚੀ ਕਿ ਇਹ ਤਾਂ ਇਸ ਰਾਹ ਤੇ ਚੱਲ ਪਿਆ। ਹਾਲਾਂਕਿ ਦੇਖੋ ਗੱਲ ਕੀ ਹੈ ਕਿ ਕੱਲ ਨੂੰ ਇੱਕ ਪਾਸੇ ਤੇ ਮੀਟਿੰਗ ਹੈ ਕਿਸਾਨ ਜਥੇਬੰਦੀਆਂ ਦੀ, ਦੂਸਰੇ ਪਾਸੇ ਤਰੀਕ ਵੀ ਹੈ ਨਾ ਚੰਡੀਗੜ੍ਹ ਦੇ ਵਿੱਚ, ਸੁਣਵਾਈ ਵੀ ਹੋਏਗੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ ਦੀ। ਹਾਂਜੀ, ਤਾਂ ਇਹਨਾਂ ਨੇ ਕੁਛ ਨਾ ਕੁਛ ਜਾ ਕੇ ਤਾਂ ਪੇਸ਼ ਕਰਨਾ ਹੈ ਨਾ ਕਿ ਦੇਖੋ ਜੀ ਆਹ ਲਾਂਘਾ ਖੁਲਾ ਦਿੱਤਾ, ਆਹ ਗੇਟ ਖੁਲਾ ਦਿੱਤਾ ਵਗੈਰਾ ਵਗੈਰਾ, ਉਹ ਸਾਰੀਆਂ ਚੀਜ਼ਾਂ ਤੇ ਜਾ ਕੇ ਖਾਊਗੇ। ਸੋ ਇਸ ਕਰਕੇ ਇਹਨਾਂ ਨੇ ਆਪਣਾ ਪੈਂਤੜਾ ਅਖਤਿਆਰ ਕੀਤਾ। ਪਰ ਉਹ ਜਿਵੇਂ ਮੈਂ ਕਿਹਾ ਕਿ ਠੀਕ ਆ, ਇਹਨਾਂ ਵਾਸਤੇ ਵੀ ਉਹ ਜ਼ਰੂਰੀ ਸੀਗਾ, ਕੁਛ ਨਾ ਕੁਛ ਕਰਕੇ ਲੈ ਜਾਂਦੇ, ਨਹੀਂ ਤਾਂ ਫਿਰ ਅਦਾਲਤੀ ਅਵਕਿਆ ਦਾ ਮਸਲਾ ਬਣ ਜਾਂਦਾ। ਪਰ ਇਹ ਮਸਲਾ ਉਹ ਤੋਂ ਅੱਗੇ ਜਾ ਕੇ ਦੂਸਰੇ ਪਾਸੇ ਜੇ ਦੇਖੀਏ ਤਾਂ ਬਹੁਤ ਵੱਡਾ ਬਣਦਾ ਨਜ਼ਰ ਆ ਰਿਹਾ, ਕਿਉਂਕਿ ਕੱਲ ਇਹਨਾਂ ਨੇ ਇੱਕ ਪੜਾਅ ਜਿਹੜਾ ਕਿਸਾਨਾਂ ਦਾ ਉੱਥੇ ਉਹਨਾਂ ਨੇ ਬਣਾਇਆ ਸੀਗਾ ਉਸਨੂੰ ਚੁੱਕ ਦਿੱਤਾ। ਅੱਜ ਉਗਰਾਹਾਂ ਵਾਲੇ ਗਏ, ਇਹਨਾਂ ਨੇ ਜਿਹੜੀ ਉੱਥੇ ਬੈਰੀਕੇਡਿੰਗ ਵਗੈਰਾ ਕੀਤੀ ਸੀ ਉਹ ਪਰੇ ਕਰਕੇ ਸੁੱਟ ਦਿੱਤੀ। ਹੁਣ ਉਗਰਾਹਾਂ ਗਰੁੱਪ ਉੱਥੇ ਪਹੁੰਚ ਗਿਆ ਤੇ ਦੱਸਦੇ ਕਿ ਇੱਕ ਸਾਈਡ ਤੇ ਵੀ ਜਾ ਕੇ ਬਹਿ ਗਏ ਨੇ। ਤਾਂ ਤੁਹਾਨੂੰ ਪਤਾ ਹੈ ਨਾ ਕਿ ਜਦੋਂ ਉਗਰਾਹਾਂ ਵਾਲੇ ਬਹਿ ਜਾਂਦੇ ਆ ਤਾਂ ਇਹਨਾਂ ਦਾ ਕੈਡਰ ਹੌਲੀ ਹੌਲੀ ਕਿ ਜੇ ਜੁੜਨਾ ਸ਼ੁਰੂ ਹੋ ਜਾਵੇ ਤਾਂ ਇੱਕ ਮੋਰਚਾ ਅਲੱਗ ਤੋਂ ਕਹਿ ਲਓ ਕਿ ਇੱਕ ਮੋਰਚਾ ਇਹ ਬਣਾ ਦਿੰਦੇ ਨੇ ਪੂਰੇ ਦਾ ਪੂਰਾ। ਤਾਂ ਇਸ ਕਰਕੇ ਸਵੇਰੇ ਲੱਗ ਰਿਹਾ ਸੀਗਾ ਕਿ ਇਹ ਭਗਵੰਤ ਮਾਨ ਹੋਰਾਂ ਦੀ ਪਹਿਲੀ ਤਾਂ ਗੱਲ ਇਹ ਹੈ ਕਿ ਬਹੁਤ ਹੀ ਨਲਾਇਕੀ ਸੀ ਕਿ 5 ਮਹੀਨੇ ਕੋਈ ਗੱਲਬਾਤ ਕਰਕੇ ਰਸਤਾ ਨਹੀਂ ਕੱਢਿਆ, ਤੇ ਜਦੋਂ ਐਨ ਮੌਕੇ ਤੇ ਆਈ ਗੱਲ ਤਾਂ ਫਿਰ ਇਹਨਾਂ ਨੇ ਉਹ ਕੰਮ ਕੀਤਾ ਕਿ ਬੀਬੀਆਂ ਦੀ ਧੂਆ ਘੜੀਸ, ਲੋਕਾਂ ਦੇ ਨਾਲ ਗਾਲੀ ਗਲੋਚ, ਤਲਖੀ, ਇਹ ਸਾਰਾ ਕੁਛ, ਡਾਂਗ ਸੋਟਾ, ਇਹ ਜਦੋਂ ਇਸਤੇਮਾਲ ਕੀਤਾ ਜਾਂਦਾ ਹੈ ਨਾ ਅੱਜ ਦੇ ਦੌਰ ਦੇ ਵਿੱਚ, ਇਹ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਲੋਕਾਂ ਦਾ ਪ੍ਰਤੀਕਰਮ ਬਣਦਾ ਹੈ। ਤਾਂ ਹੁਣ ਜਿਹੜਾ ਮਾਮਲਾ ਹੈ ਉਹ ਇਹੋ ਹੀ ਆ ਕਿ ਸ਼ਾਇਦ ਲੱਗਦਾ ਹੈ ਕਿ ਬਹੁਤ ਵੱਡਾ ਕੋਈ ਫੈਸਲਾ ਵੀ ਆ ਸਕਦਾ, ਕਿਉਂਕਿ ਦੇਖੋ ਇਹ ਮੀਟਿੰਗ ਜਿਹੜੀ ਸੱਦੀ ਗਈ ਜਿਵੇਂ 32 ਜਥੇਬੰਦੀਆਂ ਦੀ, ਤਾਂ ਉਹਦੇ ਵਿੱਚ ਉਹ ਕੋਈ ਫੈਸਲਾ ਲੈ ਲੈਂਦੇ ਆ ਤਾਂ ਫਿਰ ਔਖਾ ਹੋ ਜਾਏਗਾ। ਤੇ ਸਾਰੇ ਜੇ 32 ਕਿਸਾਨ ਜਥੇਬੰਦੀਆਂ ਦੇ ਕਾਡਰ ਦੇ ਵਿੱਚੋਂ ਬੰਦੇ ਆ ਜਾਂਦੇ ਨੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਮੋਰਚਾ ਬਣ ਜਾਏਗਾ, ਕਿਉਂਕਿ 30-40 ਪਿੰਡ ਤਾਂ ਆਲਰੇਡੀ ਉੱਥੇ ਬੈਠੇ ਹੀ ਆ। 30-40 ਪਿੰਡਾਂ ਦਾ ਚੱਲ ਰਿਹਾ ਮੋਰਚਾ। ਉਧਰੋਂ ਤੁਸੀਂ ਦੇਖਿਆ ਹੋਣਾ ਹੋਰ ਸਮਾਜ ਸੇਵੀ ਜਾਂ ਹੋਰ ਚਿੰਤਕ ਲੋਕ ਜਿਹੜੇ ਉਹ ਵੀ ਪਹੁੰਚ ਰਹੇ ਆ। ਸੋ ਇਸ ਕਰਕੇ ਜੋ ਕੀਤਾ ਇਹਨਾਂ ਨੇ ਉਹ ਕੀਤੇ ਦਾ ਹੀ ਨਤੀਜਾ ਹੈ। ਮੈਂ ਤਾਂ ਇਹ ਗੱਲ ਸਮਝਦਾ ਵਾਂ ਕਿ ਜੋ ਇਹਨਾਂ ਨੇ ਕੀਤਾ ਉਸ ਕੀਤੇ ਦਾ ਹੀ ਨਤੀਜਾ ਹੈ ਕਿ ਇੱਕ ਅੰਦੋਲਨ, ਐਸਾ ਅੰਦੋਲਨ ਖੜਾ ਹੋ ਰਿਹਾ ਹੈ ਜਿਹਦਾ ਆਕਾਰ ਜਿਹੜਾ ਹੈ ਉਹ ਹੁਣ ਤੋਂ ਕਿਆਸਿਆ ਨਹੀਂ ਜਾ ਸਕਦਾ ਕਿ ਉਹਦਾ ਆਕਾਰ ਜਾਂ ਫੈਲਾਅ ਜਿਹੜਾ ਉਹ ਐਡਾ ਕਰਾਏਗਾ, ਹੋ ਸਕਦਾ ਬਹੁਤ ਵੱਡਾ ਹੋ ਜਾਏ।
ਕਿਉਂ? ਕਿਉਂਕਿ ਲਤੀਫਪੁਰ ਵਾਲਾ ਗੁੱਸਾ ਵੀ ਤੁਸੀਂ ਇਹਦੇ ਵਿੱਚ ਜੋੜ ਸਕਦੇ ਹੋ ਹੂੰ, ਕਿ ਲਤੀਫਪੁਰਾ ਜਿਹੜਾ ਤਕਲੀਫਪੁਰਾ ਬਣਾ ਦਿੱਤਾ ਇਹਨਾਂ ਨੇ, ਹੂੰ, ਲਤੀਫਪੁਰ ਨੂੰ ਜਿਹੜਾ ਤਕਲੀਫਪੁਰ ਬਣਾਇਆ, ਉਹਦਾ ਗੁੱਸਾ ਵੀ ਕਿਤੇ ਨਾ ਕਿਤੇ ਇਸ ਅੰਦੋਲਨ ਦੇ ਨਾਲ ਜੁੜੇਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕੇਜਰੀਵਾਲ ਦੀ। ਕੇਜਰੀਵਾਲ ਨੇ ਹੁਣ ਚੀਨੀ ਸਮਾਨ ਦੇ ਖਿਲਾਫ ਲਹਿਰ ਵਿੱਢੀ ਹੈ ਜੀ। ਦੇਖੋ, ਅਰਵਿੰਦ ਕੇਜਰੀਵਾਲ ਨੇ ਵਾਕਿਆ 2-3 ਦਿਨ ਤੋਂ ਇਹ ਮੁੱਦਾ ਤਾਂ ਬਹੁਤ ਸ਼ਿੱਦਤ ਦੇ ਨਾਲ ਚੱਕਿਆ ਹੋਇਆ ਹੈ ਕਿ ਬਈ ਦੇਖੋ ਕਿ ਚੀਨ ਸਾਨੂੰ ਅੱਖਾਂ ਵਿਖਾ ਰਿਹਾ ਹੈ ਤੇ ਅਸੀਂ ਉਹਨੂੰ ਸਨਮਾਨ ਜਾਂ ਇੱਜ਼ਤ ਕਹਿ ਲੋ ਕਿ ਪ੍ਰਸਤੁਤ ਕਰ ਰਹੇ ਹਾਂ, ਪੇਸ਼ ਕਰ ਰਹੇ ਹਾਂ। ਐਸਾ ਨਹੀਂ ਹੋਣਾ ਚਾਹੀਦਾ, ਮਤਲਬ ਕਿ ਅਸੀਂ ਉਹਨੂੰ ਐਕਸਪੋਰਟ ਕਰਨ ਦੀ ਇਜਾਜ਼ਤ ਬਖਸ਼ੀ ਹੋਈ ਹੈ। ਤੇ ਇਹ ਕਹਿੰਦੇ ਆ ਕਿ ਬਈ ਕੇਂਦਰ ਸਰਕਾਰ ਦੇ ਮਨ ਦੇ ਵਿੱਚ ਜੋ ਹੈ ਸਾਨੂੰ ਪਤਾ ਨਹੀਂ ਹੈ, ਤੇ ਪਰ ਅਸੀਂ ਤਾਂ ਕਹਿੰਦੇ ਆ ਕਿ ਕੀ ਸਾਡੇ ਫੌਜੀਆਂ ਦੀ ਕੋਈ ਇੱਜ਼ਤ ਨਹੀਂ ਹੈ? ਥੋੜੀ ਜਿਹੀ ਹਿੰਮਤ ਵਿਖਾਓ। ਅਗਰ ਭਾਰਤ ਇੰਪੋਰਟ ਬੰਦ ਕਰ ਦਿੰਦਾ ਤਾਂ ਚੀਨ ਦਾ ਹੋਸ਼ ਟਿਕਾਣੇ ਆ ਜਾਏਗਾ। ਉਹ ਨਾਲ ਕਹਿ ਰਹੇ ਕਿ ਚੀਨੀ ਉਤਪਾਦ ਸਸਤੇ ਆ। ਅਸੀਂ ਸਸਤੇ ਹੋਣ ਤੇ ਚੀਨੀ ਉਤਪਾਦ ਨਹੀਂ ਚਾਹੁੰਦੇ, ਮਤਲਬ ਕਿ ਅਸੀਂ ਚਾਹੁੰਦੇ ਹੀ ਨਹੀਂ ਹੈ ਜੀ। ਤੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਬਣੇ ਜਿਹੜੇ ਉਤਪਾਦ ਨੇ ਉਹ ਅਸੀਂ ਖਰੀਦਣ ਲਈ ਤਿਆਰ ਹੈ, ਤਾਂ ਉਹ ਜਿਹੜੇ ਸਾਨੂੰ ਮੁਹੱਈਆ ਕਰਵਾਏ ਜਾਣ। ਦੇਖੋ, ਅਰਵਿੰਦ ਕੇਜਰੀਵਾਲ ਤਾਂ ਚੱਲ ਪਏ ਨੇ, ਹੁਣ ਤੁਹਾਨੂੰ ਪਤਾ ਹੀ ਹੈ ਜਿਸ ਰਸਤੇ ਤੇ ਚੱਲ ਰਹੇ, ਔਰ ਇਹ ਅਸਲੀ ਫਾਰਮ ਦੇ ਵਿੱਚ ਹੋਣਾ ਹੈ ਜੇ। ਆਹ ਚੀਜ਼ਾਂ ਸਵਦੇਸ਼ੀ ਜਾਗਰਣ ਮੰਚ ਜਿਹੜਾ ਸੀਗਾ ਨਾ, ਉਹ ਕਹਿੰਦਾ, ਤੇ ਇਹ ਸਵਦੇਸ਼ੀ ਜਾਗਰਣ ਮੰਚ ਤੇ ਖੁਦ ਜਾ ਕੇ ਸਪੀਚਾਂ ਕਰਦੇ ਰਹੇ ਨੇ 2007-08 ਤੱਕ। ਜੀ ਜੀ ਜੀ। ਤਾਂ ਹੁਣ ਅਸਲੀ ਰੰਗ ਚ ਆਏ ਨੇ ਕੇਜਰੀਵਾਲ ਸਾਹਿਬ, ਹੁਣ ਕੱਢਣਗੇ ਕੜਾਕੇ। ਤਾਂ ਗੱਲ ਇਹ ਆ ਕਿ ਦੇਖੋ, ਇਹ ਤਾਂ ਹੈਗਾ, ਚਲੋ ਇਹ ਆ ਰਾਜਨੀਤਿਕ ਮੁੱਦਾ। ਮੈਂ ਨਹੀਂ ਕਦੇ ਕਹਿੰਦਾ ਹੁੰਦਾ ਕਿ ਆ ਫਲਾਣੇ ਦੀ ਬੀ ਆ, ਫਲਾਣੇ ਦੀ ਸੀ ਟੀਮ ਆ। ਅਸੀਂ ਤੇ ਸਿਆਸਤ ਨੂੰ ਇੱਕੋ ਜਿਹਾ ਵੇਖਣ ਡਏ ਆ ਕਿ ਸਿਆਸਤ ਜਿਹੜੀ ਆ ਉਹ ਇੱਕੋ ਜਿਹੀ ਹੋਈ ਪਈ ਆ। ਕਿਸੇ ਦਾ ਲਵਾਦਾ ਧਰਮ ਨਿਰਪੱਖ ਆ, ਕਿਸੇ ਦਾ ਲਵਾਦਾ ਕੱਟੜ ਪੁਣੇ ਵਾਲਾ, ਕਿਸੇ ਦਾ ਕੋਈ ਆ, ਕਿਸੇ ਦਾ ਕੋਈ ਆ, ਹੈ ਇੱਕੋ ਜਿਹੀ ਆ। ਸੱਪ ਨੂੰ ਹੱਥ ਲਾ ਲਓ, ਖੋਏ ਨੂੰ ਲਾ ਲਓ, ਡੰਗ ਇੱਕੋ ਜਿਹੇ ਲੱਗ ਰਹੇ ਨੇ। ਖੈਰ, ਮੈਂ ਤੁਹਾਨੂੰ ਹਕੀਕਤ ਤੋਂ ਵਾਕਿਫ ਕਰਾ ਦਿੰਦਾ। ਔਰ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਦਾ ਸ਼ਖਸ ਆ, ਪੜ੍ਹਿਆ ਲਿਖਿਆ ਸ਼ਖਸ ਆ, ਜਿਹੜਾ ਹਕੀਕਤਾਂ ਤੋਂ ਵਾਕਿਫ ਹੋ ਕੇ ਵੀ ਮਸਲਾ ਬਣ ਜਾਂਦਾ ਹੈ। ਜੀ, ਮੈਂ ਸ਼ਬਦ ਇਸਤੇਮਾਲ ਕਰ ਰਿਹਾ ਚੀਫ ਮਿਨਿਸਟਰ ਵਾਸਤੇ। ਕਿਉਂਕਿ ਜਦੋਂ ਆਪਾਂ ਨੂੰ ਪਤਾ ਹੋਵੇ ਕਿ ਆ ਸੱਚ ਹੈ, ਹਾਂਜੀ, ਤੇ ਅਸੀਂ ਸੱਚ ਜਾਣਦੇ ਹੋਏ ਵੀ ਉਹ ਤੋਂ ਉਲਟ ਇੱਕ ਝੂਠ ਨੂੰ ਪ੍ਰਚਾਰੀਏ, ਤਾਂ ਫਿਰ ਅਸੀਂ ਕੌਣ? ਅਸੀਂ ਮਚਲੇ ਹੋ ਗਏ ਨਾ। ਜੀ ਜੀ, ਚਲਾਕ ਹੋ ਗਏ। ਤਾਂ ਦੇਖੋ ਗੱਲ ਕੀ ਹੈ, ਪਹਿਲੀ ਗੱਲ ਹੈ, ਇਹ ਕਹਿੰਦੇ ਆ ਕਿ ਅਸੀਂ ਸਸਤਾ ਚਾਹੁੰਦੇ ਨਹੀਂ ਹੈ। ਤੁਸੀਂ ਮੈਨੂੰ ਦੱਸੋ ਕਿ ਕੀ ਇੰਡੀਆ 'ਚ ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਸਮਾਰਟਫੋਨ ਬਣਾ ਕੇ ਹਰੇਕ ਬੰਦੇ ਦੇ ਹੱਥ ਤੇ ਧਰ ਦਿਓਗੇ 7-8 ਰੁਪਏ 'ਚ? ਜੀ ਬਿਲਕੁਲ। 5G ਆਉਣਾ ਹੈ ਹੁਣ। ਤੁਸੀਂ ਬਾਜ਼ਾਰ ਦੇ ਵਿੱਚੋਂ ਤੁਸੀਂ ਐ ਕਰੋ, 5G ਮੋਬਾਈਲ ਹੀ ਪੂਰੇ ਕਰ ਦਿਓ ਇੰਡੀਅਨ ਲੋਕਾਂ ਨੂੰ। ਤੇ ਇੱਥੇ ਤੇ ਗਰੀਬ ਤਬਕਾ ਹੈ। ਚੀਨੀਆਂ ਨੇ ਇੱਥੇ ਘਰ ਘਰ 'ਚ ਮੋਬਾਈਲ ਪਹੁੰਚਾਤੇ ਹਜ਼ੂਰ। ਜੀ ਸਹੀ ਹੈ। ਤੁਸੀਂ ਇੱਥੋਂ ਹੀ ਗਏ ਹੋ ਕੁਝ ਮਹੀਨੇ ਪਹਿਲਾਂ, ਤੁਹਾਨੂੰ ਪਤਾ ਹੈ ਨਾ ਕਿ ਚਾਈਨਾ ਨੇ ਇੱਥੋਂ ਦੇ ਬਾਜ਼ਾਰ ਨੂੰ ਕਿਸ ਤਰ੍ਹਾਂ ਕਬਜ਼ਾਇਆ ਹੀ ਨਹੀਂ। ਉਹਦਾ ਬਹੁਤ ਹੱਦ ਤੱਕ ਕਹਿ ਲਓ ਕਿ ਲੋਕਾਂ ਨੂੰ ਫਾਇਦਾ ਵੀ ਪਹੁੰਚਾਇਆ। ਤਾਂ ਤੁਸੀਂ ਉਹ ਹੀ ਪੂਰਾ ਕਰਕੇ ਦਿਖਾ ਦਿਓ। ਚਲੋ ਮੰਨ ਲਿਆ, ਠੀਕ ਆ, ਸਾਰੇ ਅਸੀਂ ਵੀ, ਮੈਂ ਖੁਦ ਇਸ ਗੱਲ ਦਾ ਹਾਮੀਦਾਰ ਆ ਕਿ ਠੀਕ ਹੈ ਯਾਰ, ਨਿਰਭਰਤਾ ਆਪਣੀ ਤੁਸੀਂ ਘੱਟ ਕਰੋ ਚਾਈਨਾ ਤੇ, ਇੱਥੇ ਜ਼ਿਆਦਾ ਤੁਸੀਂ ਬਣਾਓ। ਜਦੋਂ ਤੁਸੀਂ ਉਤਪਾਦਨ ਜ਼ਿਆਦਾ ਕਰੋਗੇ ਤਾਂ ਰੁਜ਼ਗਾਰ ਜ਼ਿਆਦਾ ਨਿਕਲੇਗਾ ਨਾ। ਬਿਲਕੁਲ, ਸਾਨੂੰ ਤੇ ਫਾਇਦਾ। ਪਰ ਉਹ ਕਰੋਗੇ ਕਿੱਦਾਂ? ਤੁਸੀਂ ਗਰਮੀਆਂ 'ਚ ਐਤਕੀ ਆ ਗਰਮੀਆਂ 'ਚ ਏਸੀ ਬਣਾ ਕੇ ਦਿਖਾ ਦਿਓ ਪੂਰੇ, ਜਿੰਨੀ ਲੋੜ ਹੁੰਦੀ ਹੈ ਇੰਡੀਆ 'ਚ। ਤੁਸੀਂ ਉਹ ਛੱਡੋ, ਤੁਸੀਂ ਤੇ ਦੀਵਾਲੀ ਤੇ ਲਾਈਟਾਂ ਵੀ ਪੂਰੀਆਂ ਕਰ ਸਕਦੀਆਂ। ਜੀ। ਤਾਂ ਗੱਲ ਇਹ ਆ ਕਿ ਇਹ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਹੁੰਦੀਆਂ। ਜੇ ਤੁਸੀਂ ਵੇਖੋਗੇ ਤਾਂ ਸਾਡਾ ਜਿਹੜਾ ਟ੍ਰੇਡ ਡੈਫਿਸਿਟ ਹੈ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਉਹ ਇਸ ਵੇਲੇ ਜੇ ਤੁਸੀਂ ਦੇਖੋਗੇ ਤੇ ਹੁਣ ਤਾਂ ਬਹੁਤ ਜ਼ਿਆਦਾ ਵੱਧ ਗਿਆ। 8 ਸਾਲਾਂ ਦੇ ਵਿੱਚ ਜੋ ਚੀਨ ਤੋਂ ਸਾਡਾ ਇੰਪੋਰਟ ਹੈ ਇਸ ਟਾਈਮ, ਉਹ ਹਿਸਾਬ ਲਾ ਲਓ ਕਿ 94 ਅਰਬ ਡਾਲਰ ਦੇ ਵਿੱਚ ਹੋਇਆ ਪਿਆ ਹੈ। ਜੀ ਜੀ। ਤੇ 14-15 ਚ ਕਿੰਨਾ ਸੀ? 60। ਮਤਲਬ ਕਿ ਮੋਦੀ ਕਾਲ ਦੇ ਵਿੱਚ ਹੀ 80-34 ਅਰਬ ਡਾਲਰ ਆਪਣਾ ਐਕਸਪੋਰਟ ਵਧਾਇਆ। ਜੀ।
तो यकदम तो यूएस भी शायद इस तरह की निर्भरता खत्म नहीं कर सकता। ट्रंप ने यही गेम खेडी सी ना, यही गेम प्ले की सी कि हौली हौली निर्भरता घटाओ अपने जो भी है। ਜੀ ਤਾਂ ਉਹ ਚੀਜ਼ ਤਾਂ ਮੰਨ ਲਈਏ ਆਪਾਂ ਕਿ ਲੌਜੀਕਲੀ ਯਾਰ ਉਹ ਗੱਲ ਤੇ ਠੀਕ ਆ, ਪਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਹੋਰ ਦੱਸੋ ਕਿ ਫਾਰਮਾਸਿਊਟੀਕਲ ਦੇ ਵਿੱਚ ਜਿਹੜੇ ਇਨਗਰੀਡੀਐਂਟ ਪੈਂਦੇ ਨੇ ਜਿਹੜੇ ਜੀ ਜੀ ਉਹ ਕਿੱਥੋਂ ਲਿਆਓਗੇ? ਕਿੱਥੋਂ ਲਿਆਓਗੇ? ਉਹ ਸਾਰੇ API ਜਿਹੜੇ ਨੇ ਉਹ ਸਾਰੇ ਚਾਈਨਾ ਚੋਂ ਆਉਂਦੇ ਨੇ ਜੀ ਕਿੱਥੋਂ ਲਿਆਵੋਗੇ? ਤਾਂ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ, ਪਤਾ ਨਹੀਂ ਇਹਨਾਂ ਦੀਆਂ ਗੱਲਾਂ ਉੱਤੇ ਕਿਹੜੇ ਲੋਕ ਆ ਜਿਹੜੇ ਸੁਣਦੇ ਰਹਿੰਦੇ, ਇਹਨਾਂ ਨੂੰ ਅੱਗੋਂ ਕੋਈ ਕਾਊਂਟਰ ਕਰਨ ਵਾਲਾ ਨਹੀਂਗਾ। ਜੀ ਜੀ ਐਡਾ ਵੱਡਾ ਟ੍ਰੇਡ ਡੈਫਿਸਿਟ ਆ, ਇਹਨੂੰ ਪਹਿਲਾਂ ਘਟਾਓ, ਕਿਵੇਂ ਘਟਾਓਗੇ? ਉਹ ਪਾਲਿਸੀ ਦੱਸੋ, ਘਟਾਓ ਕਿਵੇਂ ਘਟਾਓਗੇ? ਪਾਲਿਸੀ ਦੱਸੋ। ਜੀ ਜੀ ਖੈਰ ਚਲੋ ਇਹ ਰਾਜਨੀਤੀ ਹੈ ਜੀ, ਇਸੇ ਤਰ੍ਹਾਂ ਚੱਲਦੀ ਆ ਇੱਥੇ। ਹੁਣ ਅੱਜ ਕੱਲ ਜਜ਼ਬਾਤ ਇਸੇ ਤਰ੍ਹਾਂ ਦੇ ਆ, ਤਵਾਂਗ ਵਾਲੀ ਘਟਨਾ ਵਾਪਰੀ, ਲੋਕਾਂ ਦੇ ਸੈਂਟੀਮੈਂਟਸ ਜੁੜ ਜਾਂਦੇ ਨੇ, ਫਿਰ ਇਸ ਤਰ੍ਹਾਂ ਦਾ ਇਹ ਪ੍ਰਚਾਰ ਰਾਮਦੇਵ ਹੋਇਆ ਚਾਹੇ ਕੇਜਰੀਵਾਲ ਹੋਇਆ, ਉਹ ਇਸ ਤਰ੍ਹਾਂ ਦਾ ਸ਼ੁਰੂ ਕਰ ਦਿੰਦੇ ਆ। ਮੋਦੀ ਹੋਰਾਂ ਨੂੰ ਪਤਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਗੱਪ ਮਾਰ ਕੇ ਮੁੜ ਕੇ ਕਸੂਤੇ ਫਸ ਜਾਵਾਂਗੇ। ਤੁਸੀਂ ਅੱਜ ਮੰਨ ਲਓ ਨੋਟੀਫਾਈਡ ਕਰ ਦਿੰਦੇ ਹੋ ਇਸ ਚੀਜ਼ ਨੂੰ ਕਿ ਲਓ ਜੀ ਅੱਜ ਤੋਂ ਚਾਈਨਾ ਦੇ ਨਾਲ ਸਾਰਾ ਕੁਝ ਬੰਦ, ਤੁਸੀਂ ਹੋਰ ਤਾਂ ਛੱਡੋ ਸਾਰਾ ਕੁਝ, ਚਲੋ ਤੁਸੀਂ ਕਰ ਲਓਗੇ ਜੀ। ਹੁਣ ਪਤਾ ਕੀ ਹੈ ਕਿ ਤੁਹਾਡੇ ਵਪਾਰੀਆਂ ਦੀਆਂ ਜਿਹੜੀਆਂ ਕਰੋੜਾਂ ਅਰਬਾਂ ਦੀਆਂ ਡੀਲਾਂ ਨੇ ਉਹਨਾਂ ਦਾ ਕੀ ਬਣੇਗਾ? ਉਹਨਾਂ ਨੇ ਤਾਂ ਸਾਲ ਦਾ ਕੱਚਾ ਮਾਲ ਪਹਿਲਾਂ ਬੁੱਕ ਕਰਾਇਆ ਹੁੰਦਾ, ਰॉ ਮਟੀਰੀਅਲ। ਜੀ ਜੀ ਤੋ ਇਹ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਨੇ, ਕਹਿਣ ਦਿਓ ਗੱਲਾਂ ਤੇ ਕਿਹੜਾ ਕੋਈ ਚੁੰਗੀ ਲੱਗਦੀ ਆ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਰੁਕ ਕਰੀਏ ਫਿਰ ਪੰਜਾਬ ਦੇ ਵਿੱਚ ਰੇਡਾਂ ਦਾ ਦਿਨ ਰਿਹਾ ਜੀ। ਕਈ ਗਾਇਕਾਂ ਕਲਾਕਾਰਾਂ ਦੇ ਘਰ ਤੇ ਵੀ ਰੇਡਾਂ ਮਾਰੀਆਂ ਨੇ ਏਜੰਸੀਆਂ ਨੇ। ਹਾਂਜੀ, ਕਈ ਕਲਾਕਾਰ ਤਾਂ ਨਹੀਂ ਆਪਾਂ ਕਹਿ ਸਕਦੇ, ਦੋ ਕਲਾਕਾਰ ਹੀ ਨੇ, ਇੱਕ ਤਾਂ ਕਨਵਰ ਗਰੇਵਾਲ ਜੀ ਜੀ ਤੇ ਦੂਸਰਾ ਹੈਗਾ ਰਣਜੀਤ ਬਾਵਾ। ਤੇ ਉਦਾਂ ਇੱਕ ਰੇਡ ਜਿਹੜੀ ਹੈ ਉਹ ਪਈ ਆ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਭਰਤਿੰਦਰ ਸਿੰਘ ਚਾਹਲ ਦੇ ਕੁਛ ਮਤਲਬ ਕਿ ਜੋ ਜ਼ਮੀਨ ਜਾਂ ਕਹ ਲਓ ਕਿ ਜਿਹੜੇ ਜ਼ਮੀਨੀ ਅਸਾਸੇ ਆ ਉਹਨਾਂ ਦੀ ਚੈਕਿੰਗ ਵਾਸਤੇ, ਇਨਸਪੈਕਸ਼ਨ ਵਾਸਤੇ ਜੀ। ਤਾਂ ਇਹ ਵੱਡੀ ਰੇਡ ਹੈ, ਇਹ ਵਿਜੀਲੈਂਸ ਵਾਲੀ ਹੈ। ਦੂਸਰੀਆਂ ਜਿਹੜੀਆਂ ਉਹ ਤਾਂ ਅੱਗੇ ਵੀ ਮਾਰਦੀਆਂ ਰਹਿੰਦੀਆਂ, ਕਦੇ ਆਲੀ ਦੇ ਘਰੇ ਆ ਗਏ, ਕਦੇ ਉਹ ਗੱਜਨ ਮਾਜਰਾ ਦੇ ਘਰੇ ਆ ਗਏ, ਕਦੇ ਫਲਾਣੇ ਦੇ ਆ ਗਏ, ਕਦੇ ਟਮਕਾਣੇ ਦੇ ਆ ਗਏ, ਤੇ ਚੱਲੀ ਜਾਣਾ। ਹੁਣ ਚੋਣਾਂ ਤੋਂ ਵਿਹਲੇ ਹੋਏ ਉਹਨਾਂ ਨੇ ਇੱਧਰ ਨੂੰ ਤੋੜ ਦਿੱਤੇ ਆ ਜੀ। ਜਾਓ ਭਲਾ ਪੰਜਾਬ ਦੇ ਵਿੱਚ ਕੀ ਹਾਲ ਚਾਲ ਆ ਕੇ ਦੱਸੋ ਸਾਨੂੰ। ਤਾਂ ਕਲਾਕਾਰ ਇਹ ਜਿਹੜੇ ਬਾਵੇ ਹੋਰੀ ਨੇ, ਕਨਵਰ ਗਰੇਵਾਲ ਹੋਰੀ ਨੇ, ਇਹ ਤੇ ਪਹਿਲਾਂ ਹੀ ਇਹਨਾਂ ਦੇ ਰਡਾਰ ਤੇ ਸੀਗੇ। ਰਣਜੀਤ ਬਾਵੇ ਦੀ ਤਾਂ ਸ਼ਿਕਾਇਤ ਕੀਤੀ ਹੋਈ ਭਾਜਪਾ ਵਾਲਿਆਂ ਨੇ ਰਾਣੋ ਡਰੱਗ ਵਾਲੇ ਮਾਮਲੇ ਦੇ ਵਿੱਚ। ਇੱਕ ਤਸਵੀਰ ਜਿਹੜੀ ਗੁਰਦੀਪ ਰਾਣੋ ਨਾਲ ਇਹਨਾਂ ਨੇ ਦਿਖਾ ਕੇ ਤੇ ਉਹ ਸਾਰਾ ਕੁਝ ਪਾਇਆ ਸੀ ਪੰਗਾ। ਫਿਰ ਹੋਰ ਤਸਵੀਰਾਂ ਕੱਢੀਆਂ ਗਈਆਂ ਉਮਰਾਂ ਨੰਗਲ ਦੇ ਨਾਲ, ਸਾਰਾ ਕੁਝ ਹੋਇਆ ਉਹ ਤਾਂ ਪਤਾ ਹੀ ਸੀਗਾ। ਤਾਂ ਹੁਣ ਉਸ ਚੱਕਰ ਦੇ ਵਿੱਚ ਇਨਕਮ ਟੈਕਸ ਆਇਆ ਕਿ ਜਾਂ ਕੋਈ ਹੋਰ ਐਜਕਾਰਡ, ਹਾਲ ਦੀ ਘੜੀ ਤਾਂ ਕਹਿ ਲਓ ਕਿ ਕੁਝ ਵੀ ਸਮਝ ਨਹੀਂ ਲੱਗ ਰਿਹਾ। ਪਹਿਲਾਂ ਕਿਹਾ ਗਿਆ ਕਿ ਕਨਵਰ ਗਰੇਵਾਲ ਵੱਲ ਤਾਂ NIA ਗਿਆ, ਹੁਣ ਕਹਿੰਦੇ ਕਿ ਨਹੀਂ ਉਧਰ ਵੀ IT ਹੈ ਜੀ। ਤਾਂ ਇਹ ਹੁਣ ਮਾਮਲਾ ਜਿਹੜਾ ਉਹ IT ਨਾਲ ਹੀ ਜੁੜਦਾ, ਇਨਕਮ ਟੈਕਸ ਨਾਲ। ਤਾਂ ਇਨਕਮ ਟੈਕਸ ਤਾਂ ਦੇਖੋ ਕੋਈ ਵੱਡੀ ਗੱਲ ਨਹੀਂ ਹੈ, ਇਹਨਾਂ ਦੀਆਂ ਅਸੈਸਮੈਂਟਾਂ ਵੱਖਰੀਆਂ ਹੁੰਦੀਆਂ, ਲੋਕਾਂ ਦੀਆਂ ਅਸੈਸਮੈਂਟ ਵੱਖਰੀਆਂ ਹੁੰਦੀਆਂ। ਬਸ ਇਹ ਆ ਕਿ ਤੰਗ ਪਰੇਸ਼ਾਨ ਕਰਨਾ। ਪਰ ਇਹ ਆ ਕਿ ਭਰਤਿੰਦਰ ਸਿੰਘ ਚਾਹਲ ਦੇ ਜਿਹੜੀ ਉਹ ਸਰਹੰਦ ਰੋਡ ਤੇ ਕਹਿ ਲਓ ਕਿ ਲਗਜ਼ਰੀ ਪੈਲਸ ਵਾਲੀ ਕਹਾਣੀ ਆ, ਉਹ ਨਿਕਲ ਆਈ ਆ। ਉਹ ਦੇਖਣਾ ਹੋਏਗਾ ਕਿਉਂਕਿ ਉਹ ਕਹਾਣੀ ਤਾਂ ਚੱਲ ਰਹੀ ਸੀ ਪਿਛਲੇ ਕੁਝ ਸਾਲਾਂ ਕਿ ਕਿਆ ਉੱਥੇ ਪੈਲਸ ਬਣ ਰਿਹਾ ਜਾਂ ਬਹੁਤ ਆਲੀਸ਼ਾਨ ਆ, ਤੇ ਇੱਕ ਹੋਰ ਉਸਾਰੀ ਆ ਤਗੜੀ। ਤਾਂ ਇਹ ਚੀਜ਼ਾਂ ਜਿਹੜੀਆਂ ਕਿ ਮਤਲਬ ਕਿ ਲੋਕਾਂ ਦੀ ਦੰਦ ਕਥਾ ਦਾ ਹਿੱਸਾ ਸਨ, ਇਹਦੇ ਚ ਵੇਖਣਾ ਹੋਏਗਾ ਕੀ ਨਿਕਲੇਗਾ। ਉਹ ਤਾਂ ਪਤਾ ਹੀ ਹੈ, ਉਹਨਾਂ ਨੇ ਤਾਂ ਜੋ ਕਰਨਾ ਸੋ ਇਸੇ ਤਰ੍ਹਾਂ ਕਰੀ ਜਾਣਾ। ਕਿਉਂਕਿ ਰਣਜੀਤ ਬਾਵਾ ਤੇ ਕਨਵਰ ਗਰੇਵਾਲ ਦਾ ਕਿਸਾਨੀ ਅੰਦੋਲਨ ਵੇਲੇ ਹੀ ਕਾਫੀ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਪ੍ਰਚਾਰ ਸੀਗਾ। ਉਸ ਵੇਲੇ ਵੀ ਇਹਨਾਂ ਦਾ ਕਾਫੀਆ ਕੱਸਣ ਦਾ ਇਹਨਾਂ ਨੇ ਯਤਨ ਕੀਤਾ ਸੀਗਾ ਜੀ ਜੀ। ਪਰ ਉਦੋਂ ਲੋਕਾਂ ਦਾ ਦਬਾਅ ਬਹੁਤ ਜ਼ਿਆਦਾ ਸੀ, ਸ਼ਾਇਦ ਇਸੇ ਕਰਕੇ। ਅਗਲੀ ਦਬਾਅ ਤਾਂ ਕਹਿ ਸਕਦੇ ਆ ਆਪਾਂ, ਪਰ ਇਹਨਾਂ ਦਾ ਕੀ ਆ ਕਿ ਇਹ ਇਸੇ ਤਰ੍ਹਾਂ ਹੀ ਚੱਲਦੇ ਨੇ। ਮਤਲਬ ਇੱਕ ਬੰਦੇ ਨੂੰ ਸੱਦ ਲਿਆ, ਉਹਦੀ ਫਾਈਲ ਬਣਾ ਕੇ ਰੱਖ ਦਿੱਤੀ, ਫਾਈਲ ਬਣੀ ਪਈ ਹੈ। ਅਗਲਾ ਜਿਹੜਾ ਉਹ ਕਈ ਵਾਰ ਸੋਚਣ ਲੱਗ ਜਾਂਦਾ ਕਿ ਯਾਰ ਮੇਰੀ ਫਾਈਲ ਉੱਥੇ ਪਈ ਹੈ। ਸੋ
ਠੀਕ ਹੈ, ਦਬਾਅ, ਹਾਂ, ਅੰਦੋਲਨ ਦਾ ਦਬਾਅ ਮੰਨ ਸਕਦੇ ਹਾਂ ਆਪਾਂ, ਪਰ ਇਹ ਆ ਕਿ ਇਹ ਏਜੰਸੀਆਂ ਜਿਹੜੀਆਂ ਨੇ ਉਹ ਆਪਦੇ ਹਿਸਾਬ ਕਿਤਾਬ ਨਾਲ ਚੱਲੀ ਜਾਂਦੀਆਂ। ਇਹਨਾਂ ਨੇ ਬਾਅਦ ਚ ਆ ਕੇ ਫਿਰ ਬਹੁਤ ਸਾਰੀਆਂ ਰੇਡਾਂ ਮਾਰੀਆਂ, ਮੈਂ ਤੁਹਾਨੂੰ ਜਿਵੇਂ ਦੱਸਿਆ, ਬਹੁਤ ਸਾਰੇ ਪੋਲੀਟੀਸ਼ੀਅਨ। ਔਰ ਰੇਡ ਮਾਰਨ ਦਾ ਮਤਲਬ ਇਹ ਥੋੜੀ ਹੈ ਕਿ ਕੋਈ ਗੁਨੇਗਾਰ ਹੈ। ਬਿਲਕੁਲ ਸਹੀ ਹੈ। ਗੁਨੇਗਾਰ ਤੇ ਤਦ ਹੈ ਨਾ ਜਦੋਂ ਤੁਸੀਂ ਸਾਬਤ ਕਰੋਗੇ। ਜੀ ਮਿੰਟੂ ਜੀ, ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿਹੜੇ ਰਾਘਵ ਚੱਡਾ, ਉਹਨਾਂ ਨੇ ਭਾਜਪਾ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਆ ਜੀ। ਪਰ ਜਿਸ ਤਰ੍ਹਾਂ ਉਹਨਾਂ ਦੇ ਸਵਾਲ ਇੱਥੇ ਪ੍ਰਚਾਰੇ ਜਾਂਦੇ ਆ, ਉਹਨਾਂ ਸਵਾਲਾਂ ਤੋਂ ਮਤਲਬ ਕਿ ਅੱਗੇ ਹਟ ਕੇ, ਜਾਂ ਕਹਿ ਲਓ ਕਿ ਅੱਗੇ ਥੋੜਾ ਜਿਹਾ ਵੱਧ ਕੇ ਜਦੋਂ ਵੇਖੀਏ ਤੇ ਕਿਤੇ ਨਾ ਕਿਤੇ ਇਉਂ ਲੱਗਦਾ ਹੈ ਕਿ ਚੱਡਾ ਸਾਹਿਬ ਜਿਹੜੇ ਆ ਉਹ ਬਹੁਤ ਪ੍ਰਚਾਰੇ ਜਾ ਰਹੇ ਨੇ ਅੱਜ ਕੱਲ। ਸਾਡੇ ਅਖਬਾਰਾਂ ਦੀ, ਚੈਨਲਾਂ ਦੀ ਨਿਰਭਰਤਾ ਵੀ ਇਹਨਾਂ ਤੇ ਪੂਰੀ ਹੋਈ ਪਈ ਹੈ ਨਾ। ਵੇਖੋ ਵੇਖੋ ਦੁਨੀਆ ਦੇ ਰੰਗ, ਇਸ਼ਤਿਹਾਰ ਇੱਥੋਂ ਸਾਡੇ ਖਜ਼ਾਨੇ ਚੋਂ ਆਉਣੇ ਆ, ਮਨਜ਼ੂਰੀ ਉਤਲੇ ਦਿੰਦੇ ਨੇ। ਵੇਖੋ ਰੰਗ। ਤਾਂ ਖੈਰ ਇੰਨੇ ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਮੈਂ ਮੇਰੀ ਆਦਤ ਹੈ, ਮੈਂ ਬਹੁਤ ਬਰੀਕੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਦਾ ਹੁੰਦਾ, ਤੇ ਮੈਂ ਇੱਕ ਵੈਬਸਾਈਟ ਤੇ ਇਸ ਖਬਰ ਨੂੰ, ਵੱਡੀ ਨਿਊਜ਼ ਆਊਟਲੈਟ ਦੀ ਉਹ ਵੈਬਸਾਈਟ ਹੈ, ਤੇ ਮੈਂ ਸਕਰੋਲ ਕਰਨ ਲੱਗ ਪਿਆ, ਹਿਸਾਬ ਲਾ ਲਓ ਕਿ ਘੱਟੋ ਘੱਟ 10 ਸੈਕਿੰਡ ਤੋਂ ਥੱਲੇ ਨੂੰ ਜਾਈ ਗਈ ਹੈ। ਐਡੀ ਵੱਡੀ ਖਬਰ ਬਣਾ ਕੇ ਪੇਸ਼ ਕੀਤੀ ਗਈ ਹੈ ਚੱਡਾ ਸਾਹਿਬ ਦੀ। ਖੈਰ ਉਹਨਾਂ ਨੇ ਕਾਫੀ ਸਵਾਲ ਤੇ ਤਿੱਖੇ ਕੀਤੇ। ਵੈਸੇ ਨਾ ਇਹਨਾਂ ਨੂੰ ਸਿੱਖਣਾ ਚਾਹੀਦਾ, ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਆ ਜੀ, ਇਹਨਾਂ ਨੂੰ ਸਿੱਖਣਾ ਚਾਹੀਦਾ। ਉਹ ਬੰਦਾ ਆਪਣੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਬੋਲਦਾ, ਜਿਸ ਤਰ੍ਹਾਂ ਉਸਦੇ ਫੈਕਟ ਹੁੰਦੇ ਨੇ, ਇਹ ਦੇਖੋ ਇਹ ਚੀਜ਼ ਠੀਕ ਹੈ, ਸਾਨੂੰ ਥੋੜੀ ਜਿਹੀ ਅਲਰਜੀ ਹੋ ਜਾਂਦੀ ਆ, ਖਾਸ ਤੌਰ ਤੇ ਪੰਜਾਬ ਤੋਂ ਬਾਹਰਲਿਆਂ ਨਾਲ ਤਾਂ ਥੋੜੀ ਉਂਝੀ ਜ਼ਿਆਦਾ ਅੱਜ ਕੱਲ ਮਾਹੌਲ ਦੇ ਵਿੱਚ ਹੀ। ਪਰ ਕਿਸੇ ਵੀ ਬੰਦੇ 'ਚ ਕੋਈ ਕਾਬਲੀਅਤ ਹੈ ਤਾਂ ਉਸ ਕਾਬਲੀਅਤ ਦੇ ਕਈ ਗੁਣ ਜਿਹੜੇ ਆ ਨਾ ਤੁਸੀਂ ਲੈ ਸਕਦੇ ਹੋ, ਚਾਹੇ ਕੋਈ ਵੀ ਹੈ ਬੰਦਾ। ਤੁਸੀਂ ਕਿਸੇ ਨੂੰ ਸ਼ਕਲੋ ਸੂਰਤ ਤੋਂ ਪਸੰਦ ਕਰਦੇ ਹੋ, ਜਾਂ ਗੁਣ ਔਗਣ ਤੋਂ ਕਿਸੇ ਤਰੀਕੇ ਨਾਲ ਪਸੰਦ ਨਾ ਪਸੰਦ ਕਰਦੇ ਹੋ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਪਰ ਮੇਰਾ ਮੰਨਣਾ ਇਹ ਹੈ, ਤਾਂ ਇਹ ਚੀਜ਼ ਮੈਂ ਜਦ ਦੇਖੀ ਕਿ ਕੋਈ ਨੇਤਾ ਕਿਸ ਤਰ੍ਹਾਂ ਉੱਥੇ ਆਪਣੇ ਸ਼ਬਦਾਂ ਦੇ ਨਾਲ, ਆਪਣੇ ਅੰਕੜਿਆਂ ਦੇ ਨਾਲ, ਆਪਣੀ ਸਟੀਕਾਂ ਦੇ ਨਾਲ ਐਨ ਮਤਲਬ ਕਿ ਪਾਣੀ ਵਾਂਗੂ ਸਵਾਲ ਉੱਥੇ ਵਹਾਈ ਜਾਂਦਾ ਹੈ। ਇਹ ਸਿੱਖਣਾ ਚਾਹੀਦਾ ਨਾ। ਸਾਡੇ ਵਾਲੇ ਤੇ ਇਸੇ ਚੱਕਰ 'ਚ ਹੀ ਪੈ ਜਾਂਦੇ ਕਿ ਬੋਲੀਏ ਕਿਹੜੀ ਭਾਸ਼ਾ 'ਚ। ਕਈ ਵਾਰ ਹਿੰਦੀ ਨੂੰ ਫੜ ਲੈਂਦੇ ਆ, ਤੇ ਨਾ ਉਹ ਹਿੰਦੀ ਜੋਗੇ ਰਹਿੰਦੇ, ਨਾ ਪੰਜਾਬੀ ਜੋਗੇ ਰਹਿੰਦੇ ਆ। ਤਾਂ ਗੱਲ ਇਹ ਆ ਕਿ ਇਹ ਚੀਜ਼ ਜ਼ਰੂਰ ਵੇਖਣ ਵਾਲੀ। ਹਾਲਾਂਕਿ ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨੇ ਸਿੰਘ ਫਸਾਏ, ਪਰ ਮੈਨੂੰ ਜਿਹੜੀ ਗੱਲ ਵਧੀਆ ਲੱਗੀ ਉਹ ਇਹ ਲੱਗੀ ਗੱਲ ਵਧੀਆ ਕਿ ਇਹਨਾਂ ਨੇ ਅੰਮ੍ਰਿਤਸਰ ਜਾਂ ਮੋਹਾਲੀ ਵਾਲੇ 에ਅਰਪੋਰਟ ਦਾ ਮੁੱਦਾ ਚੁੱਕਿਆ ਜੀ, ਜਿਹੜਾ ਕਿ ਬਹੁਤ ਅੱਛਾ ਮੁੱਦਾ ਹੈ, ਕਿਉਂਕਿ ਉਹਦੇ ਵਿੱਚ ਸਾਡੇ ਕੋਲ ਅੰਕੜੇ ਨੇ, ਸਾਡੇ ਕੋਲ ਮਤਲਬ ਕਿ ਸਾਰੇ ਤੱਥ ਨੇ ਕਿ ਭਾਈ ਕਿਤੇ ਨਾ ਕਿਤੇ ਇੱਕ ਧੱਕਾ ਕੋਈ ਕਰ ਰਿਹਾ। ਹੁਣ ਕੌਣ ਕਰ ਰਿਹਾ ਕੋਈ ਨਹੀਂ ਜਾਣ ਸਕਦਾ, ਕੋਈ ਮਤਲਬ ਕਿ ਕਿਸੇ ਦਾ ਨਾਂ ਜਿਹੜਾ ਉਹ ਨਹੀਂ ਦੱਸ ਸਕਦਾ ਕਿ ਫਲਾਂ ਟਮਕਾ। ਪਰ ਸਾਡੇ ਕੋਲ ਜਿਹੜੇ ਫਿਗਰ ਨੇ ਉਹ ਤਾਂ ਇਹੀ ਕਹਿੰਦੇ ਆ ਨਾ ਕੁਛ ਗੜਬੜ ਹੈ। ਕਿਉਂ? ਸਾਲ 21-22 ਦੇ ਵਿੱਚ ਜਿਹੜਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਕੌਮਾਂਤਰੀ 에ਅਰਪੋਰਟ ਆ, ਹਾਂਜੀ, ਉੱਥੇ 3,41,121 ਕੌਮਾਂਤਰੀ ਯਾਤਰੀਆਂ ਦਾ ਆਉਣਾ ਜਾਣਾ ਹੋਇਆ ਜੀ। ਠੀਕ ਹੈ ਜੀ। ਤਾਂ ਮਤਲਬ ਕਿ ਹੁਣ ਥੋੜੇ ਜਿਹੇ ਅੰਕੜੇ, ਆਪਾਂ ਵੀ ਇਹ ਵੀ ਅੰਕੜਿਆਂ ਦੇ ਬਾਜ਼ੀਗਰ, ਤਾਂ ਆਪਾਂ ਵੀ ਥੋੜੇ ਜਿਹੇ ਅੰਕੜੇ ਜੋੜ ਦਿੰਦੇ ਆਪਣੇ ਕੋਲੋਂ ਜੀ। ਅੱਛਾ, ਤਾਂ ਉਸੇ ਸਾਲ ਹੁਣ ਜੇ ਆਪਾਂ ਦੇਖੀਏ ਤਾਂ ਉਹਦੇ ਮੁਕਾਬਲੇ ਉਸੇ ਸਾਲ ਜਦੋਂ 3,41,121 ਕੌਮਾਂਤਰੀ ਯਾਤਰੂ, ਮਤਲਬ ਕੌਮਾਂਤਰੀ ਯਾਤਰੂ ਤੋਂ ਕੀ ਭਾਵ ਹੈ ਕਿ ਜਿਨ੍ਹਾਂ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਯਾਤਰਾ ਕੀਤੀ ਹੈ ਜੀ। ਤਾਂ ਉੱਥੇ ਇਸ ਸਾਲ 8 ਮਹੀਨਿਆਂ ਦੇ ਵਿੱਚ, ਅਪ੍ਰੈਲ ਤੋਂ ਲੈ ਕੇ ਜੀ, ਜੇ ਤੁਸੀਂ ਦੇਖੋਗੇ ਤਾਂ ਦਸੰਬਰ ਤੱਕ, 8 ਮਹੀਨਿਆਂ ਚ ਉੱਥੇ ਕਿੰਨਿਆਂ ਦੀ ਹੋਈ ਹੈ ਆਉਣੀ ਜਾਣੀ? 3,81,577। ਮਤਲਬ ਕਿ ਜਦ ਨੂੰ ਸਾਲ ਪੂਰਾ ਹੋਊਗਾ ਤਾਂ ਇਹ ਅੰਕੜਾ ਤੁਸੀਂ ਮੰਨ ਕੇ ਚਲੋ, ਮੋਟਾ ਜਿਹਾ ਅੰਦਾਜ਼ਾ ਕਿ 4.5-5 ਤੱਕ ਪਹੁੰਚ ਜਾਏਗਾ ਜੀ। ਮਤਲਬ ਕਿ ਕਿੰਨੇ ਯਾਤਰੀ ਵੱਧ ਗਏ, ਅੰਦਾਜ਼ਾ ਲਾ ਲਓ, ਚਲੋ ਲੱਖ ਲਾ ਲਓ, 1 ਲੱਖ। ਪਰ ਪਿਛਲੇ ਸਾਲ 에ਅਰਪੋਰਟ ਤੇ ਜਿਹੜੀਆਂ ਟੋਟਲ
ਇੰਟਰਨੈਸ਼ਨਲ ਫਲਾਈਟਸ ਸੀਗੀਆਂ ਉਹ ਸੀਗੀਆਂ 10,697। ਹੂੰ ਹੂੰ ਜਦ ਕਿ ਇਸ ਸਾਲ 7 ਮਹੀਨੇ ਅਪ੍ਰੈਲ ਤੋਂ ਅਕਤੂਬਰ ਤੱਕ ਦਾ ਇਹ ਅੰਕੜਾ ਲਾ ਲਓ ਕਿ ਉਹਦੇ ਵਿੱਚ ਸਿਰਫ ਤੇ ਸਿਰਫ ਰਹਿ ਗਈਆਂ 2453, ਮਤਲਬ ਕਿ ਘਟ ਗਈਆਂ। ਹਿਸਾਬ ਲਾ ਲਓ 10,000, ਚਲੋ 7 ਮਹੀਨਿਆਂ ਦਾ ਅੰਕੜਾ 5 ਮਹੀਨਿਆਂ ਚ ਹੋਰ ਲਾ ਲਓ, ਕਿੱਥੋਂ ਤੱਕ ਚੱਲ ਜਾਊਗਾ, ਦੁੱਗਣਾ ਲਾ ਲਓ ਇਹਨੂੰ 5,000। ਤਾਂ ਮਤਲਬ ਕਿ ਸਿੱਧੀਆਂ 5,000 ਫਲਾਈਟਾਂ ਜਿਹੜੀਆਂ ਉਹ ਘਟ ਗਈਆਂ, ਜਦ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉੱਥੇ ਜਿਹੜੇ ਕੌਮਾਂਤਰੀ ਯਾਤਰੂ ਆ ਉਹਨਾਂ ਦੀ ਆਉਣੀ ਜਾਣੀ ਵਧੀ ਆ। ਸੋ ਇਸ ਲਿਹਾਜ਼ ਨਾਲ ਅਸੀਂ ਕਹਿੰਦੇ ਆ ਕਿ ਕੁਛ ਨਾ ਕੁਛ ਤਾਂ ਗੜਬੜ ਹੈ, ਦਇਆ ਗੜਬੜ ਹੈ। ਤੋ ਇੱਥੇ ਕੁਛ ਨਾ ਕੁਛ ਗੜਬੜ ਹੈ। ਇਹਨਾਂ ਨੇ ਮੁੱਦਾ ਚੁੱਕਿਆ ਕਿ ਇਸ ਮਾਮਲੇ ਦੇ ਵਿੱਚ ਜੋ ਇਹਨਾਂ ਨੇ ਗੱਲ ਕਹੀ ਹੈ ਚੱਢਾ ਸਾਹਿਬ ਨੇ ਕਿ ਬਈ ਇਹ 에ਅਰਪੋਰਟ ਫਿਰ ਕੰਮ ਕਿਸੇ ਆ ਜੇ ਤੋਂ ਇੰਟਰਨੈਸ਼ਨਲ ਫਲਾਈਟਾਂ ਨਹੀਂ ਤੋਰਨੀਆਂ। ਤੇ ਇਹ ਗੱਲ ਜਿਹੜੀ ਆ ਉਹਨਾਂ ਨੇ ਬਹੁਤ ਅੱਛੀ ਕਹੀ ਹੈ ਤੇ ਬਹੁਤ ਮੈਂ ਕਹੂੰਗਾ ਕਿ ਸ਼ਾਨਦਾਰ ਢੰਗ ਨਾਲ ਵੀ। ਜੀ ਜੀ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧ ਗਏ ਆਪਾਂ ਤੇ ਗੱਲ ਕਰੀਏ ਸਿੰਜਾਈ ਘੁਟਾਲੇ ਦੀ। ਇਸ ਘੁਟਾਲੇ ਦੇ ਵਿੱਚ KBS ਸਿੱਧੂ ਤੋਂ 4 ਘੰਟੇ ਪੁੱਛਗਿੱਛ ਹੋਈ ਹੈ ਜੀ। ਅੱਜ ਦੇਖੋ KBS ਸਿੱਧੂ ਬੜੇ ਵੱਡੇ ਅਫਸਰ ਰਹੇ ਨੇ ਕਿਸੇ ਟਾਈਮ, ਬਹੁਤ ਚਲਦੀ ਸੀਗੀ। ਸਮਾਂ ਹੁੰਦਾ KBS ਸਿੱਧੂ ਨਾਮ ਸੀ ਅਫਸਰਸ਼ਾਹੀ ਦੇ ਵਿੱਚ, ਤੇ ਜਿਹੜੇ ਅਫਸਰ ਏਡੇ ਤਗੜੇ ਰਹੇ ਹੋਣ ਤੁਹਾਨੂੰ ਪਤਾ ਹੀ ਹੈ। ਤਾਂ ਖੈਰ ਵੈਸੇ ਇਹਨਾਂ ਨੇ ਪੂਰਾ ਨਾਚ ਕਰਾਇਆ। ਇਹ IS ਸੀਗੇ ਤੇ ਇਹਨਾਂ ਨੇ IPS ਨੂੰ ਪੂਰਾ ਨਾਚ ਕਰਾਇਆ। ਜਾਨੀ ਕਹਿਣ ਦਾ ਮਤਲਬ ਇਹ ਆ ਕਿ ਵਿਜੀਲੈਂਸ ਅਧਿਕਾਰੀ ਉਹਨਾਂ ਨੂੰ ਬੁਲਾ ਰਹੇ ਸੀਗੇ, ਯਾਨੀ IPS ਕਹਿ ਸਕਦੇ ਵੱਡਾ ਅਧਿਕਾਰੀ। ਤਾਂ ਇਹ ਕਦੇ ਤਾਂ ਪੁੱਛਗਿੱਛ ਦੇ ਤਰੀਕੇ ਤੇ ਸਵਾਲ ਕਰ ਦਿੰਦੇ ਸੀਗੇ, ਕਦੇ ਕਹਿੰਦੇ ਸੀ ਕਿ ਨੋਟਿਸ ਤੁਸੀਂ ਬਹੁਤ ਯਾਰ ਮਤਲਬ ਕਿ ਸ਼ਾਰਟ ਭੇਜਿਆ ਵਾ। ਤਾਂ ਇਸ ਕਰਕੇ 2-3 ਵਾਰੀ ਮਤਲਬ ਕਿ IS ਸੀਗੇ ਸਾਬਕਾ, ਤਾਂ IPS ਮੌਜੂਦਾ, ਤਾਂ ਇਹ ਖੇਡ ਚੱਲ ਰਿਹਾ ਸੀਗਾ। ਤਾਂ ਅਖੀਰ ਅੱਜ ਪੇਸ਼ ਹੋਏ ਨੇ, 4 ਘੰਟੇ ਪੁੱਛਗਿੱਛ ਹੋਈ ਆ। ਹੁਣ ਇੱਕ ਦਿਨ ਦੇ ਅੱਜ ਕੱਲ ਇਹਨਾਂ ਨੇ ਨਵਾਂ ਆਪਦੇ ਪੁੱਛਗਿੱਛ ਦਾ ਬਣਾਇਆ ਹੋਇਆ ਪ੍ਰੋਗਰਾਮ ਕਿ ਇੱਕ ਪਰਫਾਰਮਾ ਦੇ ਦਿੰਦੇ ਆ ਕਿ ਇਹਨੂੰ ਤੁਸੀਂ ਫੁੱਲਫਿਲ ਕਰ ਦਿਓ ਜੀ, ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਅੱਗੇ ਕੀ ਕਰਨਾ ਹੈ। ਸੋ ਦੇਖਦੇ ਆ ਜਿਹੜੀ ਇਹ ਕਹਾਣੀ ਹੈ ਕਿ 1,000 ਕਰੋੜ ਦਾ ਘੁਟਾਲਾ ਹੈ, ਇਹ 1,200 ਕਰੋੜ ਦਾ ਘੁਟਾਲਾ ਹੈ, ਪਤਾ ਨਹੀਂ ਕਿੰਨੇ ਕਿੰਨੇ ਦਾ ਘੁਟਾਲਾ ਹੈ, ਕਿ ਉਹ ਘੁਟਾਲਾ ਵਾਕਿਆ ਹੀ ਘੁਟਾਲਾ ਹੈ ਜੀ ਜਾਂ ਫਿਰ ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁਬਾਰਾ ਹੀ ਸੀਗਾ ਜਿਹੜਾ ਫੁਲਾਇਆ ਗਿਆ। ਕੀ ਸੀ ਸੱਚ ਹੁਣ ਦੇਖਦੇ ਆ, ਕਿਉਂਕਿ ਕਾਹਨ ਸਿੰਘ ਪੰਨੂ ਤੋਂ ਬਾਅਦ KBS ਸਿੱਧੂ ਆ ਗਏ ਆ, ਇੱਕ ਹੋਰ ਅਫਸਰ ਰਹਿ ਜਾਏਗਾ ਤੇ ਬਾਕੀ ਲੀਡਰ ਵੀ ਜਿਹੜੇ ਤਕਰੀਬਨ ਉਹ ਭੁਗਤ ਜਾਣੇ ਆ। ਤਾਂ ਫਿਰ ਸਾਫ਼ ਹੋ ਜਾਏਗਾ ਕਿ ਅੱਗੇ ਕਾਰਵਾਈ ਜਿਹੜੀ ਵਿਜੀਲੈਂਸ ਉਹ ਕਿਸ ਤਰ੍ਹਾਂ ਤੋਰਦੀ ਹੈ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਾਂਗੇ। ਚਰਨਜੀਤ ਚੰਨੀ ਵਿਦੇਸ਼ੋਂ ਪਰਤ ਗਏ ਆ ਪੰਜਾਬ ਦੇ ਵਿੱਚ, ਉਹਨਾਂ ਦੇ ਬਾਰੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਪੀਲੀਭੀਤ ਜਿਹੜਾ ਇਨਕਾਊਂਟਰ ਹੋਇਆ ਸੀ, ਫਰਜ਼ੀ ਮੁਕਾਬਲਾ ਸੀ, ਮੁਕਾਬਲਾ ਤਾਂ ਕੀ ਸਿੱਖ ਮਾਰੇ ਗਏ ਸੀਗੇ, ਤਾਂ ਉੱਥੇ ਹੁਣ ਉਸ ਮਾਮਲੇ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ 43 ਪੁਲਿਸ ਮੁਲਾਜ਼ਮਾਂ ਦੀ 7-7 ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸੇ ਹੀ ਇਹਨਾਂ ਹੀ ਜਿਹੜੇ ਇਸ ਮੁਖਵਿੰਦਰ ਸਿੰਘ ਇਸ ਮੁਕਾਬਲੇ ਦੇ ਵਿੱਚ ਕਹਿ ਲਓ ਜਾਂ ਇਸ ਪੁਲਿਸ ਜ਼ਬਰ ਦੇ ਵਿੱਚ ਮਾਰੇ ਗਏ ਸਨ, ਤੇ ਉਹਨਾਂ ਦੇ ਪਰਿਵਾਰ ਦੀ ਕਹਾਣੀ ਜਿਹੜੀ ਆ ਉਹ ਤੁਹਾਨੂੰ ਦੱਸਾਂਗੇ। ਜਿਨ੍ਹਾਂ ਨੂੰ ਮਤਲਬ ਉਹਨਾਂ ਦੇ ਸ਼ਾਇਦ ਇੱਕ ਮੁਖਵਿੰਦਰ ਸਿੰਘ ਤੇ ਇੱਕ ਉਹਨਾਂ ਦੇ ਪਰਿਵਾਰ ਦਾ ਇੱਕ ਹੋਰ ਜੀ ਸੀਗਾ ਜਿਹੜਾ ਇਸ ਪੁਲਿਸ ਨੇ ਇਸ ਜ਼ਬਰ ਦੇ ਵਿੱਚ ਮਾਰ ਦਿੱਤਾ ਸੀਗਾ। 2 ਪੀਲੀਭੀਤ ਦੇ ਸਿੱਖ ਸਨ ਤੇ 8 ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਨ, ਜਿਨ੍ਹਾਂ ਦਾ ਇਸ ਪੀਲੀਭੀਤ ਦੇ ਵਿੱਚ ਪੁਲਿਸ ਨੇ ਕਤਲ ਕੀਤਾ ਸੀਗਾ। ਖੈਰ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਸੇ ਦੇ ਨਾਲ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਪੀਲੀਭੀਤ ਦੇ ਵਿੱਚ ਜਿਹੜਾ ਪੁਲਿਸ ਵਾਲਿਆਂ ਨੇ ਬੜੀ ਬੇਰਹਿਮੀ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਸੀ। ਪੀਲੀਭੀਤ ਜਿਹਨੂੰ ਫਰਜ਼ੀ ਪੁਲਿਸ ਮੁਕਾਬਲਾ ਕਿਹਾ ਜਾਂਦਾ, ਉਹ ਕੀ ਸੀ? ਮੁਕਾਬਲਾ ਅਸਲ ਦੇ ਵਿੱਚ ਲਫ਼ਜ਼ ਵਰਤਿਆ ਜਾਂਦਾ, ਪਰ ਮੁਕਾਬਲਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਮੁਕਾਬਲਾ ਉੱਥੇ ਹੁੰਦਾ ਜਿੱਥੇ ਦੋਨਾਂ ਧਿਰਾਂ ਨੂੰ ਪਤਾ ਹੋਵੇ ਕਿ ਅਸੀਂ ਆਪਸ ਦੇ ਵਿੱਚ ਭਿੜਨਾ ਹੈ। ਤੁਸੀਂ ਇੱਕ ਨਿਹੱਥਾ ਬੰਦਾ ਬੱਸ ਦੇ ਵਿੱਚੋਂ ਲਾਇਆ, ਉਹਨੂੰ ਭੱਜਣ ਲਈ ਕਹਿਤਾ, ਪਿੱਛੋਂ ਉਹਦੇ ਗੋਲੀ ਮਾਰ ਦਿੱਤੀ, ਉਹਨੂੰ ਉਹਦਾ ਕਤਲ ਕਰ ਦਿੱਤਾ। ਇਹ ਕਿਹੜਾ ਮੁਕਾਬਲਾ ਹੋਇਆ? ਜਾਂ ਤਾਂ ਉਹਦੇ ਹੱਥ ਦੇ ਵਿੱਚ ਵੀ ਕੋਈ AK-47 ਵਰਗਾ ਜਾਂ ਕੋਈ ਹੋਰ ਰਫਲ ਹੋਵੇ ਤਾਂ ਉਹ ਤੁਹਾਨੂੰ ਦੱਸ ਦੇਵੇ ਕਿ ਭਾਈ ਕਿਵੇਂ ਚਲਾਈ ਦੀ ਹੈ। ਸੋ ਇਹ ਮੁਕਾਬਲਾ ਠੀਕ ਹੈ, ਲਫ਼ਜ਼ ਫਰਜ਼ੀ ਮੁਕਾਬਲਾ ਚੱਲ ਗਿਆ, ਫਰਜ਼ੀ ਇਨਕਾਊਂਟਰ ਤੋਂ ਫਰਜ਼ੀ ਫੇਕ ਇਨਕਾਊਂਟਰ ਤੋਂ ਫਰਜ਼ੀ ਮੁਕਾਬਲਾ ਸ਼ਬਦ ਨਿਕਲਿਆ ਆ। ਪਰ ਅਸਲ ਦੇ ਵਿੱਚ ਕੀ ਸੀਗਾ? ਇਹ ਜਿਹੜੀ ਘਟਨਾ ਵਾਪਰੀ ਸੀਗੀ 1991 ਦੀ ਘਟਨਾ ਹੈ, ਜਦੋਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਵਿੱਚ 3 ਵੱਖ-ਵੱਖ ਥਾਣਿਆਂ ਦੇ ਵਿੱਚ ਇੱਕ ਹੀ ਰਾਤ ਨੂੰ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਅਸੀਂ ਕਈ ਜਿਹੜੇ ਅੱਤਵਾਦੀ ਆ ਉਹ ਮਾਰ ਦਿੱਤੇ ਆ। ਇਹਦੇ ਵਿੱਚ 10 ਸਿੱਖਾਂ ਦਾ ਕਤਲ ਕੀਤਾ ਗਿਆ ਸੀਗਾ। ਉਦੋਂ ਫਿਰ ਪੁਲਿਸ ਦੀ ਇਸ ਕਾਰਵਾਈ ਦੀ ਬਹੁਤ ਤਾਰੀਫ ਹੋਈ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਤਾਂ ਕਤਲ ਕੀਤਾ ਪੁਲਿਸ ਵਾਲਿਆਂ ਨੇ, ਤੇ ਇਹ ਜਿਹੜੇ ਮਾਰੇ ਗਏ ਸਿੱਖ ਆ ਇਹ ਇੱਕ ਤੀਰਥ ਯਾਤਰਾ ਕਰਕੇ ਪਰਤ ਰਹੇ ਸਨ। 12 ਜੁਲਾਈ ਦੀ ਗੱਲ ਹੈ ਜਦੋਂ 1991 ਦੇ ਵਿੱਚ ਇਸ ਘਟਨਾ ਦੇ ਵਿੱਚ ਪਟਨਾ ਸਾਹਿਬ ਤੇ ਕੁਝ ਹੋਰ ਧਾਰਮਿਕ ਸਥਾਨਾਂ ਤੋਂ ਤੀਰਥ ਯਾਤਰੀਆਂ ਦਾ ਇੱਕ ਜੱਥਾ ਬੱਸ ਦੇ ਰਾਹੀਂ ਪਰਤ ਰਿਹਾ ਸੀ। 25 ਯਾਤਰੀ ਇਸ ਬੱਸ ਦੇ ਵਿੱਚ ਸਵਾਰ ਸਨ। ਕਸ਼ਾਲਾ ਘਾਟ ਪੁਲ ਦੇ ਨੇੜੇ ਪੁਲਿਸ ਨੇ ਇਹਨਾਂ ਦੇ ਵਿੱਚੋਂ 10 ਜਣਿਆਂ ਨੂੰ ਜ਼ਬਰਦਸਤੀ ਉਤਾਰ ਲਿਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਸਾਰਿਆਂ ਦੀਆਂ ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਉਹ ਮਿਲੀਆਂ ਸੀ। 10 ਸਿੱਖਾਂ ਦੀ ਕੁੱਲ ਇਸ ਮਾਮਲੇ ਦੇ ਵਿੱਚ ਕਤਲ ਹੋਇਆ ਸੀ, ਉਹਨਾਂ ਦੀ ਮੌਤ ਹੋਈ ਸੀ, ਜਿਨ੍ਹਾਂ ਦੇ ਵਿੱਚੋਂ 2 ਪੀਲੀਭੀਤ ਦੇ ਸਨ ਤੇ 8 ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਨ। ਬਜ਼ੁਰਗ ਸੰਤੋਖ ਸਿੰਘ ਦੱਸਦੇ ਆ ਕਿ ਜਦੋਂ ਮੁਖਵਿੰਦਰ ਸਿੰਘ ਨੂੰ ਮਾਰ ਦਿੱਤਾ ਗਿਆ ਤਾਂ ਉਸ ਸਮੇਂ ਉਹਦੀ ਉਮਰ ਮਹਿਜ਼ 23 ਸਾਲ ਦੀ ਸੀ ਤੇ ਉਹ ਕੁਆਰਾ ਸੀ। ਉਹ ਧਾਰਮਿਕ ਯਾਤਰਾ ਦੇ ਲਈ ਗਿਆ ਸੀ। ਅਖਬਾਰਾਂ ਦੇ ਵਿੱਚ ਜਦੋਂ ਖਬਰਾਂ ਛਪੀਆਂ, ਜਦੋਂ ਉਹਨੂੰ ਅੱਤਵਾਦੀ ਲਿਖਿਆ ਗਿਆ ਤਾਂ ਉਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨੂੰ ਮਾਰ ਦਿੱਤਾ ਗਿਆ। ਤੇ ਉਹ ਦੱਸਦੇ ਨੇ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਆਪਣੇ ਪੁੱਤ ਦੀ ਮੌਤ, ਉਹਦੇ ਕਤਲ ਦਾ ਇਨਸਾਫ ਲੈਣ ਦੇ ਲਈ ਧੱਕੇ ਖਾ ਰਿਹਾ। ਹੁਣ ਤਾਂ ਗੋਡਿਆਂ ਤੋਂ ਤੁਰਿਆ ਵੀ ਨਹੀਂ ਜਾਂਦਾ, ਅੱਖਾਂ ਦੀ ਰੌਸ਼ਨੀ ਵੀ ਘਟ ਗਈ ਹੈ। ਜੇ 25 ਸਾਲਾਂ ਬਾਅਦ 43 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਹੋਈ ਹੁੰਦੀ ਤਾਂ ਸੰਤੁਸ਼ਟੀ ਤਾਂ ਵੀ ਨਹੀਂ ਸੀ, ਬਲਕਿ ਬੇਕਸੂਰਾਂ ਨੂੰ ਮਾਰਨ ਵਾਲਿਆਂ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ। ਪਰ ਅਜਿਹਾ ਨਹੀਂ ਹੋ ਸਕਿਆ। ਉਹ ਮੁਲਜ਼ਮਾਂ ਦੀ ਉਮਰ ਕੈਦ ਦੀ ਮਿਆਦ ਘਟਾਉਣ ਤੇ ਅਫਸੋਸ ਜ਼ਾਹਰ ਕਰਦੇ ਨੇ। ਸੰਤੋਖ ਸਿੰਘ ਭਾਵੁਕ ਹੁੰਦੇ ਹੋਏ ਕਹਿੰਦੇ ਆ ਕਿ ਜਦੋਂ ਤੱਕ ਸਾਹ ਚੱਲਦੇ ਆ ਉਦੋਂ ਤੱਕ ਇਨਸਾਫ ਦੀ ਲੜਾਈ ਲੜਦੇ ਰਹਾਂਗੇ। ਸਾਨੂੰ ਇਨਸਾਫ ਦੀ ਆਸ ਹਾਲੇ ਵੀ ਹੈ। ਜੇ ਮੇਰਾ ਪੁੱਤ ਗੁਨਾਹਗਾਰ ਹੁੰਦਾ ਤਾਂ ਉਹਨੂੰ ਸਜ਼ਾ ਮਿਲੀ ਹੁੰਦੀ ਤਾਂ ਗੱਲ ਕੁਝ ਹੋਰ ਸੀ, ਪਰ ਵੱਡਾ ਦੁੱਖ ਇਹ ਹੈ ਕਿ ਬਿਨਾਂ ਕਿਸੇ ਗੁਨਾਹ ਦੇ ਉਹਨੂੰ ਮਾਰ ਦਿੱਤਾ ਗਿਆ। ਇਹ ਕੋਈ ਛੋਟੀ ਗੱਲ ਨਹੀਂ ਹੈ। ਬਲਵਿੰਦਰ ਨੇ ਵੀ ਆਪਣਾ ਪਤੀ ਪੁਲਿਸ ਮੁਕਾਬਲੇ ਦੇ ਵਿੱਚ ਗਵਾਇਆ ਤੇ ਉਹਨਾਂ ਦੀ ਇਸ ਵੇਲੇ ਉਮਰ 61 ਸਾਲ ਹੈ। ਉਹਨਾਂ ਦਾ ਘਰ ਵਾਲਾ ਬਲਜੀਤ ਸਿੰਘ ਅਰਜੁਨਪੁਰ ਵਾਸੀ ਆਪਣੇ ਪਰਿਵਾਰ ਦੇ ਨਾਲ ਉੱਤਰ ਪ੍ਰਦੇਸ਼ ਰਹਿੰਦੀ ਭੈਣ ਨੂੰ ਮਿਲਣ ਗਏ ਸੀਗੇ। ਸਾਰਾ ਪਰਿਵਾਰ ਗੁਰਦੁਆਰਾ ਨਾਨਕ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਕਿ ਕਸ਼ਾਲਾ ਘਾਟ ਪੁਲ ਦੇ ਨੇੜੇ ਪੁਲਿਸ ਨੇ ਨਾਕੇ ਤੇ ਬੱਸ ਰੋਕ ਲਈ। ਇਹ ਗੱਲ ਬਲਵਿੰਦਰ ਕੌਰ ਜੀ ਦੱਸ ਰਹੇ ਨੇ। ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੇ ਕਿ ਬੱਸ ਦੇ ਵਿੱਚੋਂ ਬਲਜੀਤ ਸਿੰਘ ਤੇ ਉਹਨਾਂ ਦੇ ਛੋਟੇ ਭਰਾ ਸਮੇਤ ਸਾਰੇ ਨੌਜਵਾਨਾਂ ਨੂੰ ਹੇਠਾਂ ਉਤਾਰ ਲਿਆ ਗਿਆ। ਮੌਕੇ ਤੇ ਮੌਜੂਦ ਬਲਵਿੰਦਰ ਜੀ ਦੱਸਦੇ ਆ ਕਿ ਜਦੋਂ ਉਹਨਾਂ ਨੂੰ ਲਾਇਆ ਗਿਆ ਤਾਂ ਬੱਸ ਦੇ ਵਿੱਚ ਚੁੱਪ ਪਸਰ ਗਈ ਸੀ। ਪੁਲਿਸ ਨੇ ਮਰਦਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਤੇ ਬੱਸ ਦੇ ਮਗਰ ਆਉਣ ਲੱਗੇ। ਉਹ ਦੱਸਦੇ ਆ ਕਿ ਮੈਂ ਬੱਸ ਦੇ ਵਿੱਚ ਖੜ ਗਈ ਤਾਂ ਪੁਲਿਸ ਨੇ ਮੈਨੂੰ ਬੈਠਣ ਲਈ ਕਿਹਾ, ਪਰ ਮੈਂ ਬੈਠ ਕਿਵੇਂ ਸਕਦੀ ਸੀ। ਮੇਰਾ ਘਰ ਵਾਲੇ ਨੇ ਇਉਂ ਸਿਰ ਹਿਲਾਇਆ ਜਦੋਂ ਬੱਸ ਦੇ ਵਿੱਚ ਉਤਰਿਆ, ਜਿਵੇਂ ਹੁਣ ਉਹ ਕਹਿ ਰਿਹਾ ਹੋਵੇ ਕਿ ਹੁਣ ਵਾਪਸੀ ਨਹੀਂ ਹੋਊਗੀ। ਉਹ ਅੱਜ ਵੀ ਉਸ ਦਿਨ ਨੂੰ ਯਾਦ ਕਰਦੇ ਨੇ, ਆਪਣੀਆਂ ਅੱਖਾਂ, ਆਪਣੇ ਹੰਝੂ ਰੋਕ ਨਹੀਂ ਸਕਦੇ। ਤੇ ਉਹ ਕਹਿੰਦੇ ਕਿ ਕੁਝ ਦੂਰ ਜਾ ਕੇ ਪੁਲਿਸ ਦੀਆਂ ਗੱਡੀਆਂ ਰੁਕੀਆਂ ਤੇ ਉਹਨਾਂ ਨੇ ਮੇਰੇ ਘਰ ਵਾਲੇ, ਦਿਓਰ ਸਮੇਤ ਸਾਰੇ ਨੌਜਵਾਨਾਂ ਨੂੰ ਦੌੜਨ ਦੇ ਲਈ ਕਿਹਾ ਤੇ ਮੈਂ ਅੱਖੀਂ ਦੇਖਿਆ। ਉਹ ਕਹਿੰਦੇ ਕਿ ਉਹ ਜਦੋਂ ਪੁਲਿਸ ਉਹਨਾਂ ਦੇ ਪਿੱਛੇ ਭੱਜ ਰਹੀ ਸੀ, ਬਾਅਦ ਦੇ ਵਿੱਚ ਲੋਕ ਜਿਹੜੇ ਮਾਫ਼ ਕਰਨਾ, ਜਿਹੜੇ ਬੱਸ ਦੇ ਵਿੱਚ ਬੈਠੇ ਸੀ ਲੋਕ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਗਾਲਾਂ ਵੀ ਕੱਢੀਆਂ। ਫਿਰ ਉਹ ਸਾਰਿਆਂ ਨੂੰ ਪੁਲਿਸ ਚੌਕੀ ਲੈ ਗਏ ਤੇ ਬਜ਼ੁਰਗਾਂ ਤੇ ਔਰਤਾਂ ਨੂੰ ਪੀਲੀਭੀਤ ਦੇ ਗੁਰਦੁਆਰੇ ਦੇ ਵਿੱਚ ਛੱਡ ਗਏ। ਜਦੋਂ ਪੁਲਿਸ ਤੋਂ ਪਰਿਵਾਰ ਦੇ ਮਰਦ ਮੈਂਬਰਾਂ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਨੇ ਜਵਾਬ ਦਿੱਤਾ ਕਿ ਉਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ।
ਅਸੀਂ 3 ਦਿਨ ਉਹ ਕਹਿੰਦੇ ਉਡੀਕ ਕੀਤੀ ਤੇ ਬਾਅਦ ਦੇ ਵਿੱਚ ਅਖਬਾਰਾਂ ਦੇ ਵਿੱਚ ਪੜ੍ਹਿਆ ਵੀ ਉਹਨਾਂ ਨੂੰ ਸਾਰਿਆਂ ਨੂੰ ਅੱਤਵਾਦੀ ਕਹਿ ਦੇ ਕੇ ਤੇ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਗਿਆ। ਉਹ ਦੱਸਦੇ ਆ ਬਲਵਿੰਦਰ ਕੌਰ ਜੀ, ਜਦੋਂ ਉਹ ਤੀਰਥ ਯਾਤਰਾ ਤੇ ਗਏ ਸਨ ਤਾਂ ਉਦੋਂ ਉਹ 7 ਮਹੀਨਿਆਂ ਦੇ ਗਰਭਵਤੀ ਸਨ। ਦੋਵੇਂ ਨੂੰਹ ਸੱਸ ਇਸ ਹਾਲਾਤ ਦੇ ਵਿੱਚ ਪੰਜਾਬ ਪਹੁੰਚੀਆਂ ਤਾਂ ਇੱਥੇ ਪੰਜਾਬ ਪੁਲਿਸ ਉਹਨਾਂ ਦੇ ਮਗਰ ਲੱਗ ਗਈ। ਉਹਨਾਂ ਦੇ ਜੇਠ ਨਿਸ਼ਾਨ ਸਿੰਘ ਇਸ ਮਾਮਲੇ ਦੀ ਪੈਰਵਾਈ ਕਰਦੇ ਸੀਗੇ ਤੇ ਇੱਕ ਦਿਨ ਉੱਤਰ ਪ੍ਰਦੇਸ਼ ਨੂੰ ਜਾ ਰਹੇ ਸੀਗੇ ਤੇ ਅੱਜ ਤੱਕ ਉਹਨਾਂ ਦੇ ਬਾਰੇ ਵੀ ਕੁਝ ਪਤਾ ਨਹੀਂ ਲੱਗਿਆ। ਬਲਵਿੰਦਰ ਦੱਸਦੇ ਆ ਕਿ ਪੁਲਿਸ ਦੇ ਡਰ ਤੋਂ ਉਹਨਾਂ ਨੇ ਆਪਣੇ ਬੱਚੇ ਨੂੰ ਜਨਮ ਵੀ ਉੱਤਰ ਪ੍ਰਦੇਸ਼ ਆਪਣੇ ਘਰ ਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਦਿੱਤਾ। 2.5 ਸਾਲ ਬਾਅਦ ਉਹ ਆਪਣੇ ਘਰੇ ਪਰਤੇ ਤੇ ਬਾਅਦ ਦੇ ਵਿੱਚ ਵੀ ਬੱਚੇ ਦਾ ਪਾਲਣ ਪੋਸ਼ਣ ਉਹਨਾਂ ਨੇ ਉੱਥੇ ਹੀ ਕੀਤਾ ਤੇ ਉਹ ਆਪਣੇ ਬੱਚੇ ਤੋਂ ਸੱਚ ਛੁਪਾ ਕੇ ਰੱਖਿਆ ਤਕਰੀਬਨ 20 ਸਾਲ। ਬਲਵਿੰਦਰ ਕੌਰ ਦੱਸਦੇ ਆ ਕਿ ਮੈਂ ਅਦਾਲਤਾਂ ਤੱਕ ਆਪਣੇ ਬੱਚੇ ਨੂੰ ਨਾਲ ਤਾਂ ਲੈ ਕੇ ਜਾਂਦੀ ਰਹੀ, ਪਰ ਮੈਂ 20 ਸਾਲ ਤੱਕ ਉਹਨੂੰ ਪੂਰਾ ਸੱਚ ਨਾ ਦੱਸਿਆ। ਉਹ ਸਹਿਮੇ ਰਹਿੰਦਾ ਸੀ। ਫਿਰ ਮੈਂ ਆਪਣੇ ਪੇਕੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਹੁਣ ਕਹਿੰਦੇ ਜਦੋਂ ਅਦਾਲਤ ਨੇ ਉਹਨਾਂ ਦੀਆਂ ਸਜ਼ਾਵਾਂ ਘੱਟ ਕਰਨ ਦਾ ਫੈਸਲਾ ਸੁਣਾਇਆ ਤਾਂ ਫਿਰ ਮੈਨੂੰ ਪਰੇਸ਼ਾਨੀ ਬਹੁਤ ਹੋਈ, ਮਨ ਤੇ ਬਹੁਤ ਬੋਝ ਪਿਆ ਇਸ ਗੱਲ ਦਾ। ਤੇ ਬਲਵਿੰਦਰ ਕੌਰ ਦਾ ਪੁੱਤ ਹੈ ਜਿਹੜਾ ਕਰਮਵੀਰ ਸਿੰਘ, ਉਹ ਨੌਜਵਾਨ ਹੋ ਗਿਆ, 20 ਸਾਲਾਂ ਦਾ ਹੋ ਗਿਆ ਤੇ ਉਹ ਕਹਿੰਦੇ ਕਿ ਅਸੀਂ ਕਿਵੇਂ ਭੁੱਲੀਏ ਕਿ ਸਾਡੇ ਪਿਤਾ ਜੀ ਨੂੰ ਇਸ ਤਰ੍ਹਾਂ ਉਹਨਾਂ ਨੇ ਮਾਰ ਦਿੱਤਾ ਗਿਆ। ਤੇ ਉਹ ਕਹਿੰਦੇ ਕਿ ਇਸ ਤੋਂ ਵੀ ਜਿਹੜੀ ਸਿਰੜ ਦੀ ਗੱਲ ਆ ਉਹ ਮੇਰੀ ਮਾਤਾ ਦੀ ਹੈ ਕਿ ਉਹਨਾਂ ਨੇ ਮੈਨੂੰ ਬੜੇ ਕਸ਼ਟਾਂ ਨਾਲ, ਬੜੇ ਦੁੱਖਾਂ ਨਾਲ ਪਾਲਿਆ। ਤੇ ਜੇਕਰ ਮਨ ਦੇ ਵਿੱਚ ਇਹ ਜ਼ਰੂਰ ਰਹਿੰਦਾ ਕਿ ਜੇਕਰ ਬਾਪੂ ਜੀ ਸਾਡੇ ਜਿਉਂਦੇ ਹੁੰਦੇ ਤਾਂ ਬਹੁਤ ਹੌਸਲਾ ਹੋਣਾ ਸੀ। ਸੋ ਇਹ ਜਿਹੜੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਾਰਵਾਈ ਹੋਈ ਹੈ, ਉਹ ਇਹ ਹੋਈ ਹੈ ਕਿ ਜਦੋਂ ਇਹ ਮੁਕਾਬਲਾ ਕਹਿ ਕੇ ਖਬਰਾਂ ਛਪ ਗਈਆਂ, ਸਾਰਾ ਕੁਝ ਹੋ ਗਿਆ ਤੇ ਪੁਲਿਸ ਨੂੰ ਵਾਹ-ਵਾਹ ਮਿਲੀ। ਬਾਅਦ ਦੇ ਵਿੱਚ 1992 ਦੀ ਗੱਲ ਆ, ਜਦੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਸੀਬੀਆਈ ਨੇ ਇਸ ਮਾਮਲੇ ਦੇ ਵਿੱਚ 57 ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ, ਜਿਨ੍ਹਾਂ ਦੇ ਵਿੱਚੋਂ 10 ਦੀ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਮੌਤ ਹੋ ਗਈ। ਮੁਕੱਦਮੇ ਦੀ ਸੀਬੀਆਈ ਕੋਰਟ ਦੇ ਵਿੱਚ ਲੰਬੀ ਸੁਣਵਾਈ ਚੱਲੀ ਤੇ ਆਖਰਕਾਰ 1 ਅਪ੍ਰੈਲ ਨੂੰ ਸੀਬੀਆਈ ਕੋਰਟ ਦੀ ਵਿਸ਼ੇਸ਼ ਜੱਜ ਨੇ ਇਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਤੇ 2 ਦਿਨਾਂ ਬਾਅਦ ਸਾਰਿਆਂ ਨੂੰ ਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਫਿਰ ਇਸ ਫੈਸਲੇ ਨੂੰ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤੇ ਇਲਾਹਾਬਾਦ ਹਾਈ ਕੋਰਟ ਨੇ ਕੀ ਕੀਤਾ? ਇਲਾਹਾਬਾਦ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ 7-7 ਸਾਲ ਦੀ ਜਿਹੜੀ ਸਜ਼ਾ ਉਹ ਬਰਕਰਾਰ ਰੱਖੀ ਹੈ। ਸੋ ਹੁਣ ਇਸੇ ਕਰਕੇ ਜਿਹੜੇ ਬਲਵਿੰਦਰ ਕੌਰ ਜੀ ਨੇ ਜਾਂ ਬਜ਼ੁਰਗ 93 ਸਾਲਾ ਬਜ਼ੁਰਗ ਸੰਤੋਖ ਸਿੰਘ ਨੇ, ਜਿਨ੍ਹਾਂ ਦੇ ਪੁੱਤਰ ਮੁਖਵਿੰਦਰ ਸਿੰਘ ਨੂੰ ਮਾਰਿਆ ਗਿਆ ਸੀ, ਕਤਲ ਕੀਤਾ ਗਿਆ ਸੀ, ਤਾਂ ਉਹਨਾਂ ਦੇ ਮਨ ਦੇ ਵਿੱਚ ਹੁਣ ਗੁੱਸੇ ਦੀ ਬਹੁਤ ਜ਼ਿਆਦਾ ਲਹਿਰ ਹੈ। ਉਹ ਬੜੇ ਨਿਰਾਸ਼ ਨੇ ਕਿ ਅਸੀਂ ਇੰਨੀ ਜੱਦੋ-ਜਹਿਦ ਕੀਤੀ ਪਰ ਫਿਰ ਵੀ ਸਾਡੇ ਪੱਲੇ ਨਿਆਂ ਨਹੀਂ ਪਿਆ। ਪੁਲਿਸ ਦੇ ਵੱਲੋਂ ਜਿਹੜੇ ਕਤਲ ਕੀਤੇ ਗਏ 10 ਸਿੱਖ ਨੌਜਵਾਨ ਸੀਗੇ, ਉਹ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਹਰਮੰਦਰ ਸਿੰਘ, ਰਣਧੀਰ ਸਿੰਘ, ਸੁਰਜਨ ਸਿੰਘ, ਮੁਖਵਿੰਦਰ ਸਿੰਘ ਤੋਂ ਇਲਾਵਾ ਇੱਕੋ ਪਰਿਵਾਰ ਦੇ 2 ਪੁੱਤ ਬਲਜੀਤ ਸਿੰਘ ਤੇ ਜਸਵੰਤ ਸਿੰਘ ਸ਼ਾਮਲ ਸਨ। ਇਸੇ ਤਰ੍ਹਾਂ ਕਰਤਾਰ ਸਿੰਘ ਤੇ ਜਸਵੰਤ ਸਿੰਘ ਸਕੇ ਭਰਾ ਸਨ। 2 ਹੋਰ ਨੌਜਵਾਨ ਲਖਵਿੰਦਰ ਸਿੰਘ ਤੇ ਨਰਿੰਦਰ ਸਿੰਘ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਸੋ ਇਹ ਜਿਹੜੀ ਸਾਰੀ ਕਹਾਣੀ ਹੈ ਉਹ ਪੀਲੀ ਭੀਤ ਪੁਲਿਸ ਮੁਕਾਬਲਾ ਜਿਹਨੂੰ ਕਿਹਾ ਜਾਂਦਾ ਉਹਦੀ ਹੈ। ਕਿਵੇਂ ਇੱਕ ਬੀਬੀ ਜਿਹਨੂੰ ਉਦੋਂ ਬੱਚਾ ਹੋਣ ਵਾਲਾ ਸੀ, 7 ਮਹੀਨਿਆਂ ਦੇ ਉਹ ਗਰਭਵਤੀ ਸੀ, ਇਹਨੂੰ ਦੱਸਦੇ ਸਨ, ਸਾਰੀ ਉਮਰ ਉਹਨਾਂ ਦੀ ਨਿਆਂ ਦੇ ਲਈ ਜੱਦੋ-ਜਹਿਦ ਕਰਦਿਆਂ ਦੀ ਲੰਘ ਗਈ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਖਾਸ ਜਾਣਕਾਰੀਆਂ ਸੁਣਨ ਦੇ ਲਈ, ਜਾਣਨ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।